ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਹ ਗੁਜਰੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਵਾਰ ਹੈਗੀ ਆ, ਜਿਹੜੀ ਕਿ ਤੀਸਰੀ ਪਾਤਸ਼ਾਹੀ ਦੀ ਵਾਰ ਗੁਜਰੀ ਰਾਗ ਦੀ, ਉਹਦੇ ਨਾਲ ਹੀ ਜਿਹੜਾ ਹੈ ਪੰਜਵੀਂ ਪਾਤਸ਼ਾਹੀ ਦੀ ਵਾਰ ਸ਼ੁਰੂ ਹੁੰਦੀ ਆ। ਬਿਲਕੁਲ ਉਸ ਤੋਂ ਅੱਗੇ ਹੀ ਪੰਜਵੀਂ ਪਾਤਸ਼ਾਹੀ ਦੀ ਵਾਰ ਸ਼ੁਰੂ ਹੁੰਦੀ ਹੈ। ਵਾਰ ਦੇ ਨਾਲ ਵਾਰ ਹੈਗੀ। ਇਹ ਅੰਗ ਜਿਹੜੇ 517 ਅੰਗ ਤੋਂ ਸ਼ੁਰੂ ਹੋ ਰਹੀ ਹੈ ਜੀ। ਔਰ ਇਹ ਵਾਰ ਜਿਹੜੀ ਹੈਗੀ ਆ, ਮਹਾਰਾਜ ਮਿਹਰ ਕਰਨੇ ਵਾਰ ਦਾ ਗਿਆਨ ਦੇਣ ਆਪਾਂ ਨੂੰ। ਅੰਗ 517 ਰਾਗ ਗੁਜਰੀ ਵਾਰ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾਂ। ਆ ਜਾਓ ਪਿਆਰਿਓ, ਆ ਜਾਓ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਅੰਗ 517 517। ਸ਼ਲੋਕ ਮਹੱਲਾ ਪੰਜਵਾਂ। ਰਾਗ ਗੁਜਰੀ ਵਾਰ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਇਹ ਜਿਹੜਾ ਹੈਗਾ ਇਹ ਸ਼ਲੋਕ, ਇਹ ਪੰਜਵੀਂ ਪਾਤਸ਼ਾਹੀ ਦਾ ਜਿਹੜਾ ਕਿ ਆਪਾਂ ਰਹਿਰਾਸ ਦੇ ਵਿੱਚ ਵੀ ਪੜ੍ਹਦੇ ਹਾਂ। ਇਹ ਸ਼ਲੋਕ ਜਿਹੜਾ ਹੈਗਾ, ਸਭ ਤੋਂ ਪਹਿਲਾਂ ਵਾਰ ਤੋਂ ਪਹਿਲਾਂ ਇਹ ਸ਼ਲੋਕ ਲਗਾਇਆ ਪੰਜਵੀਂ ਪਾਤਸ਼ਾਹੀ ਨੇ। ਉਹਨਾਂ ਨੇ ਐਡੀਟਿੰਗ ਕੀਤੀ ਹੈ, ਉਹਨਾਂ ਦੀ ਵਾਰ ਹੈਗੀ ਆ, ਪੌੜੀਆਂ ਵੀ ਉਹਨਾਂ ਦੀਆਂ ਹੈਗੀਆਂ ਔਰ ਸ਼ਲੋਕ ਵੀ ਉਹਨਾਂ ਨੇ ਲਗਾਇਆ। ਔਰ ਕਹਿ ਰਹੇ ਸ਼ਲੋਕ ਕਹਿ ਰਿਹਾ ਕਿ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਇੱਥੇ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਦੇਖੋ, ਪਰਮਾਤਮਾ ਦੀ ਭਗਤੀ ਆਪਾਂ ਨੂੰ ਮਾਲਕ ਪਰਮਾਤਮਾ ਦੇ ਨਾਲ ਜੋੜਿਆ ਹੈ। ਗੁਰੂਆਂ ਨੇ ਜਿਹੜਾ ਹੈਗਾ ਇਹ ਇੱਥੇ ਫਿਰ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ ਪੰਜਵੀਂ ਪਾਤਸ਼ਾਹੀ ਜਿਨ੍ਹਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਐਡੀਟਿੰਗ ਕੀਤੀ ਆ, ਜਿਨ੍ਹਾਂ ਨੇ ਐਡਾ ਵੱਡਾ ਉਪਕਾਰ ਕੀਤਾ ਆ ਔਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਉਹ ਅੰਤਰ ਗੁਰ ਆਰਾਧਨਾ ਕਿਉਂ ਲਿਖਿਆ ਉਹਨਾਂ ਨੇ? ਅੰਤਰ ਗੁਰ ਆਰਾਧਨਾ, ਇੱਥੇ ਅੰਤਰ ਹਰ ਆਰਾਧਨਾ ਵੀ ਹੋ ਸਕਦਾ ਸੀਗਾ, ਅੰਤਰ ਪ੍ਰਭ ਆਰਾਧਨਾ ਵੀ ਹੋ ਸਕਦਾ ਸੀਗਾ। ਇੱਥੇ ਅੰਤਰ ਗੁਰ ਆਰਾਧਨਾ ਕਿਉਂ ਲਿਖਿਆ? ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਅੰਤਰ ਜਿਹੜਾ ਹੈਗਾ, ਇਹ ਗੁਰ ਜਿਹੜਾ ਹੈਗਾ, ਦੇਖੋ ਆਪਾਂ ਨੂੰ ਇਹ ਜਿਹੜਾ ਹੈਗਾ ਇਹ ਗੁਰੂ ਨੇ, ਬ੍ਰਹਮ ਗਿਆਨੀਆਂ ਨੇ, ਸਤਿਗੁਰੂ ਨੇ ਕੀ ਦਿੱਤਾ ਆਪਾਂ ਨੂੰ ਜਿਹੜਾ ਹੈਗਾ ਇੱਕ ਗੁਰਮੰਤਰ ਦਿੱਤਾ ਹੈ ਆਪਾਂ ਨੂੰ। ਗੁਰਮੰਤਰ ਕਿਹਨੂੰ ਕਹਿੰਦੇ ਆ? ਵੀ ਇੱਕ ਜਿਹੜੀ ਹੈਗੀ ਆ, ਇੱਕ ਪਰਮਾਤਮਾ ਜਿਹੜਾ ਹੈਗਾ ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ ਹੈਗੀ, ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨ ਦੇ ਵਾਸਤੇ ਜਾਚ ਦੱਸੀ ਹੈ ਸਾਨੂੰ, ਤਰੀਕਾ ਦਿੱਤਾ ਹੈ, ਤਰੀਕਾ ਦੱਸਿਆ ਹੈ, ਇੱਕ ਗੁਰ ਦਿੱਤਾ ਹੈ। ਕਹਿੰਦੇ ਉਸ ਤਰੀਕੇ ਦੇ ਨਾਲ ਅੰਦਰ ਜਿਹੜਾ ਹੈਗਾ ਤੇਰੇ ਅੰਦਰ, ਤੇਰੀ ਸੁਰਤ ਦੇ ਨਾਲ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਆਰਾਧਨਾ ਹੈਗਾ। ਉਸ ਵਿਧੀ ਦੇ ਦੁਆਰਾ, ਉਸ ਗੁਰੂ ਦੇ ਦੁਆਰਾ, ਗੁਰਮੰਤਰ ਦੇ ਦੁਆਰਾ ਉਸ ਮਾਲਕ ਪਰਮਾਤਮਾ ਦੀ ਆਰਾਧਨਾ ਕਰਨੀ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਔਰ ਜੀਵ ਦੇ ਨਾਲ ਜਿਹੜਾ ਹੈਗਾ
ਗੁਰੂ ਨੇ ਜਿਹੜਾ ਨਾਮ ਦੱਸਿਆ ਆ ਉਹਨੂੰ ਜਪਣਾ ਹੈਗਾ ਜੀਭ ਦੇ ਨਾਲ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਹੁਣ ਇੱਥੇ ਦੇਖੋ, ਫਿਰ ਸਰਵਣੀ ਸੁਣਨਾ ਗੁਰ ਨਾਮ ਕੰਨਾਂ ਦੇ ਨਾਲ, ਫਿਰ ਕਹਿੰਦੇ ਆ ਗੁਰ ਨਾਮ, ਗੁਰੂ ਦੇ ਨਾਮ, ਗੁਰੂ ਨੇ ਜਿਹੜਾ ਨਾਮ ਦੱਸਿਆ ਹੈ ਉਸ ਨੂੰ ਕੰਨਾਂ ਦੇ ਨਾਲ ਸੁਣਨਾ ਹੈ, ਜੀਭ ਦੇ ਨਾਲ ਜਪਣਾ ਹੈ ਤੇ ਕੰਨਾਂ ਦੇ ਨਾਲ ਸੁਣਨਾ ਹੈ। ਇਹ ਸ਼ਬਦ ਸੁਰਤ ਦੀ ਆਰੰਭਿਕ ਖੇਡ ਹੈਗੀ ਆ। ਅੰਤਰ ਗੁਰ ਆਰਾਧਨਾ, ਅੰਦਰ ਜਿਹੜਾ ਹੈਗਾ ਆਪਣੇ ਇਹ ਜੋ ਆਪਾਂ ਨੂੰ ਇਹ ਗਿਆਨ ਜੋ ਕਹਿ ਰਿਹਾ ਹੈ, ਜੋ ਗਿਆਨ ਨੇ ਆਪਾਂ ਨੂੰ ਸੇਧ ਦਿੱਤੀ ਆ ਅੰਦਰ ਆਪਣੇ, ਉਹ ਹੋਣੀ ਚਾਹੀਦੀ ਹੈ। ਅੰਤਰ ਗੁਰ ਆਰਾਧਨਾ, ਅੰਤਰ ਆਪਣੇ ਅੰਦਰੋਂ ਜਿਹੜੀ ਹੈਗੀ ਆ, ਇਹ ਨਹੀਂ ਕਿ ਬਾਹਰ ਜਿਹੜਾ ਜੀਭ ਤੇ ਹੀ ਰਹਿ ਜਾਏ, ਬਾਹਰ ਜਿਹੜਾ ਹੈਗਾ ਕੰਨਾਂ ਦੇ ਨਾਲ ਸੁਣ ਰਹੇ ਆ ਉੱਥੇ ਤੱਕ ਹੀ ਰਹਿ ਜਾਏ, ਨਹੀਂ, ਅੰਤਰ ਗੁਰ, ਅੰਦਰੋਂ ਭਗਤੀ ਕਰਨੀ ਹੈ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਇੱਥੇ ਦੇਖੋ ਗੁਰ ਨਾਮ 2 ਵਾਰੀ ਆ ਰਿਹਾ, ਇੱਕ ਵਾਰੀ ਉੱਪਰ ਕਹਿ ਰਿਹਾ ਜਿਹਵਾ ਜਪੇ ਗੁਰ ਨਾਮ, ਜਿਹੜਾ ਜੀਭ ਦੇ ਨਾਲ ਜਪਾਂਗੇ ਤੇ ਕੰਨਾਂ ਦੇ ਨਾਲ ਆਟੋਮੈਟਿਕਲੀ ਸੁਣਾਂਗੇ। ਮਰਜ਼ੀ ਆਪਣੀ ਜਿਹੜੀ ਹੈ ਸੁਣ ਸਕਦੇ ਆ, ਨਹੀਂ ਤਾਂ ਜਿਹੜਾ ਧਿਆਨ ਕਿਤੇ ਹੋਰ ਲੱਗ ਗਿਆ ਤੇ ਫਿਰ ਨਹੀਂ ਸੁਣਾਂਗੇ। ਤੇ ਜਿਹੜਾ ਜਪਣਾ ਹੈਗਾ ਉਹਨੂੰ ਸੁਣਨਾ ਹੈਗਾ, ਸ਼ਬਦ ਸੁਰਤ ਦੀ ਖੇਡ ਹੈਗੀ ਆ। ਹੁਣ ਇਹ ਨੇਤਰੀ ਸਤਿਗੁਰ ਪੇਖਣਾ ਕੀ ਹੈਗਾ? ਹੁਣ ਨੇਤਰਾਂ ਦੇ ਨਾਲ ਸਤਿਗੁਰੂ ਨੂੰ ਪੇਖਣਾ ਕੀ ਹੈਗਾ? ਨੇਤਰਾਂ ਦੇ ਨਾਲ ਸਤਿਗੁਰੂ ਨੂੰ ਪੇਖਣਾ ਹੈਗਾ, ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ ਆਪਾਂ ਆਏ ਹਾਂ ਤੇ ਆਪਣੇ ਕੋਲ ਸਤਿਗੁਰੂ ਕੀ ਹੈ? ਆਪਣੇ ਕੋਲ ਸਤਿਗੁਰੂ ਜਿਹੜਾ ਹੈਗੇ, ਇਹ ਗਿਆਨ ਹੈਗਾ ਸਤਿਗੁਰੂ, ਬ੍ਰਹਮ ਗਿਆਨ ਹੈਗਾ ਸਤਿਗੁਰੂ। ਇਹਨੂੰ ਨੇਤਰਾਂ ਦੇ ਨਾਲ ਦੇਖਣਾ ਹੈ। ਨੇਤਰਾਂ ਦੇ ਨਾਲ ਕੀ ਮਤਲਬ? ਨੇਤਰਾਂ ਦੇ ਨਾਲ ਕੀ ਕਰਦੇ ਹਾਂ? ਆਪਾਂ ਦੇਖਦੇ ਹਾਂ, ਤੁਰਦੇ ਹਾਂ ਰਸਤਾ। ਇਸ ਗਿਆਨ ਦੇ ਅਨੁਸਾਰ ਆਪਾਂ ਨੇ ਜੀਵਨ ਚਲਾਉਣਾ ਹੈ ਆਪਣਾ। ਨੇਤਰੀ ਸਤਿਗੁਰ ਪੇਖਣਾ, ਇਸ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੇ ਜੀਵਨ ਰਸਤੇ ਤੇ ਤੁਰਨਾ ਆ। ਇਸ ਗਿਆਨ ਦੀ ਲਾਈਟ ਦੇ ਵਿੱਚ ਆਪਾਂ ਨੇ ਚੱਲਣਾ ਆ, ਨਹੀਂ ਤਾਂ ਫਿਰ ਮਾਇਆ ਦੇ ਨੇਰੇ ਤੇ ਮਾਇਆ ਨੇ ਫਿਰ ਜਿਹੜਾ ਹੈਗਾ ਆਪਾਂ ਨੂੰ ਠੇਡੇ ਲੱਗਣੇ ਫਿਰ ਮਾਇਆ ਦੇ। ਅੰਤਰ ਗੁਰ ਆਰਾਧਨਾ, ਅਸੀਂ ਜਿਹੜੇ 517 ਅੰਕ ਤੇ ਹੈਗੇ ਜੀ, ਗੁਜ਼ਰੀ ਕੀ ਵਾਰ ਲੈ ਰਹੇ ਹਾਂ ਪੰਜਵੀਂ ਪਾਤਸ਼ਾਹੀ ਦੀ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ, ਜਿਹੜਾ ਵੀ ਇਨਸਾਨ, ਰਤਨਾ ਕੀ ਹੈਗਾ? ਜਿਹੜਾ ਵੀ ਇਨਸਾਨ ਪੂਰੀ ਤਰ੍ਹਾਂ ਸਮਰਪਿਤ ਹੋ ਜਾਏਗਾ ਸਤਿਗੁਰੂ ਦੇ ਅੱਗੇ, ਦਰਗਾਹ ਪਾਈਏ ਠਾਉ, ਉਹਨੂੰ ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਏਗੀ। ਉਹ ਸੰਸਾਰ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਇਸ ਤੋਂ ਬਾਹਰ ਆ ਜਾਏਗਾ, ਪਾਰ ਪਹੁੰਚ ਜਾਏਗਾ। ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਹੁਣ ਆਹ ਦੇਖ ਲਓ ਭਾਈ, ਜਿਸ ਦੇ ਕੋਲ ਆਹ ਦੇ ਦਿੱਤੀ, ਆਹ ਵੱਥ ਦੇ ਦਿੱਤੀ, ਉਹ ਕਿਰਪਾ ਹੋ ਗਈ ਭਾਈ। ਕਿਰਪਾ ਹੈ ਮਾਲਕ ਦੀ, ਪੂਰੀ ਕਿਰਪਾ ਹੈ ਮਾਲਕ ਪਰਮਾਤਮਾ ਦੀ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਪਰ ਜਗ ਦੇ ਵਿੱਚ ਮਹਾਰਾਜ ਕਹਿੰਦੇ ਆ ਇਹਨਾਂ ਦੀ ਗਿਣਤੀ ਜਿਹੜੀ ਹੈਗੀ ਬਹੁਤ ਹੀ ਘੱਟ ਹੈਗੀ। ਇਹ ਉੱਤਮ ਪੁਰਖ ਜਿਹੜੇ ਹੈਗੇ ਬਹੁਤ ਘੱਟ ਹੈਗੇ, ਬਹੁਤ ਘੱਟ ਹੈਗੇ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਆ ਪੰਜਵੀਂ ਪਾਤਸ਼ਾਹੀ ਦੀ ਜਿਹੜੀ ਹੈਗੀ ਆ ਗੁਜਰੀ ਰਾਗ ਦੇ ਵਿੱਚ ਵਾਰ ਆ, ਔਰ ਸਭ ਤੋਂ ਪਹਿਲਾਂ ਆਹ ਸ਼ਲੋਕ ਲਗਾਇਆ ਮਹਾਰਾਜ ਨੇ। ਹਾਂਜੀ, ਵੱਥ ਦਾ ਮਤਲਬ ਵਸਤੂ। ਹਾਂ, ਆਹ ਟੈਕਨੀਕ ਆ ਜਿਹੜੀ ਹੈਗੀ ਆ, ਜਿਹੜਾ ਹੈਗਾ ਜੋ ਉੱਪਰ ਦੱਸਿਆ ਹੈ ਮਹਾਰਾਜ ਨੇ, ਇਸ ਤਰੀਕੇ ਦਾ ਜੀਵਨ ਜਿਹਨੂੰ ਦੇ ਦਿੱਤਾ ਤੇ ਉਹ ਉੱਤਮ ਹੋ ਜਾਏਗਾ ਭਾਈ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਉਹ ਜਿਹੜਾ ਹੈਗਾ
दरगाह ਦੇ ਵਿੱਚ ਜਗ੍ਹਾ ਮਿਲ ਜਾਏਗੀ, ਅੰਮ੍ਰਿਤ ਰਸ ਆ ਜਾਏਗਾ ਔਰ ਇਹ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਹੋ ਜਾਏਗਾ। ਆ ਜਿਹੜੀ ਸਟਾਰਟ ਪੁਆਇੰਟ ਹੈ, ਬਾਹਰ ਸਟਾਰਟ ਇੱਥੋਂ ਹੋ ਰਹੀ ਹੈ ਭਾਈ। ਜੇ ਆਹ ਚੀਜ਼ ਆਪਾਂ ਐਡਮਿਟ ਕਰ ਰਹੇ ਹਾਂ, ਇਸ ਚੀਜ਼ ਦੇ ਉੱਤੇ ਤੁਰਨਾ ਚਾਹੁੰਦੇ ਹਾਂ, ਅਤੇ ਅੱਗੇ ਵਾਰ ਜਿਹੜੀ ਹੈਗੀ ਆਪਾਂ ਨੂੰ ਲਾਭ ਦੇ ਸਕਦੀ ਹੈ। ਜੇ ਆ ਜਿਹੜੀ ਹੈਗੀ ਆ ਇਹਦੇ ਵਿੱਚ ਸਾਰਾ ਕੁਛ ਆ ਗਿਆ। ਬਈ ਆਹ ਚੀਜ਼ ਤੂੰ ਚਾਹੁੰਦਾ ਅਪਣਾਉਣਾ, ਇਹਨੂੰ ਇਸ ਚੀਜ਼ ਨੂੰ ਐਡਮਿਟ ਕਰਨਾ ਚਾਹੁੰਦਾ, ਆਪਣੇ ਜੀਵਨ 'ਚ ਇਸ ਤਰ੍ਹਾਂ ਦਾ ਜੀਵਨ ਚਲਾਉਣਾ ਚਾਹੁੰਦਾ ਹੈ, ਬਸ ਅੱਗੇ ਫਿਰ ਵਾਰ ਜਿਹੜੀ ਹੈਗੀ ਆਪਾਂ ਨੂੰ ਚੱਲੂਗੀ। ਸਟਾਰਟਿੰਗ ਜਰਨੀ ਆ ਹੈਗੀ ਭਾਈ। ਇੱਕ ਵਾਰੀ ਫਿਰ ਆਪਾਂ ਪੜ੍ਹ ਲਈਏ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਜੀ, ਇੱਕ ਵਾਰੀ ਫੇਰ ਇਹਨਾਂ ਦੇ ਸੰਖੇਪ ਦੇ ਵਿੱਚ ਕਰ ਦਿਓ। ਹਾਂਜੀ ਹਾਂਜੀ। ਅੰਤਰ ਗੁਰ ਆਰਾਧਨਾ, ਅੰਤਰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ, ਜੋ ਆਪਾਂ ਨੂੰ ਬ੍ਰਹਮ ਗਿਆਨ ਦੱਸ ਰਿਹਾ ਆ, ਜੋ ਵੀ ਟੈਕਨੀਕ ਜਿਸ ਤਰ੍ਹਾਂ ਵੀ ਆਪਾਂ ਨੂੰ ਜੋ ਗੁਰ ਜਿਹੜਾ ਹੈ, ਗੁਰ ਮੰਤਰ ਜੋ ਹੈ, ਜੋ ਵੀ ਸੇਧ ਜਿਹੜੀ ਹੈਗੀ ਆ, ਦੀਖਿਆ ਕਹਿ ਲਓ, ਜੋ ਵੀ ਇਹਨੂੰ ਜਿਹੜਾ ਹੈਗਾ ਆਪਾਂ ਬਈ ਜੋ ਕਾਰਵਾਈ ਕਰਨ ਦੇ ਵਾਸਤੇ, ਗੁਰ ਦਾ ਮਤਲਬ ਹੈ ਜੋ ਕਾਰਵਾਈ, ਜੋ ਐਕਸ਼ਨ। ਅੰਤਰ ਗੁਰ ਆਰਾਧਨਾ, ਉਹ ਅੰਦਰ ਜਿਹੜਾ ਹੈਗਾ ਦਿਲੋਂ ਮਨ ਦੇ ਨਾਲ ਅੰਦਰੋਂ ਜਿਹੜਾ ਹੈਗਾ ਉਹ ਚੀਜ਼ ਕਰਨੀ ਆਪਾਂ ਨੇ। ਉਹ ਅੰਦਰ ਆਪਣੇ ਜਿਹੜਾ ਹੈਗਾ ਉਹ ਅੰਦਰੋਂ ਦਿਲੋਂ ਜਿਹੜੀ ਹੈਗੀ ਇਹ ਕੰਮ ਕਰਨਾ ਹੈ ਭਾਈ। ਆਰਾਧਨਾ ਦਾ ਮਤਲਬ ਹੈਗਾ ਦਿਲੋਂ, ਦਿਲ ਦੇ ਅੰਦਰੋਂ। ਅੰਤਰ ਜਿਹਵਾ ਜਪ ਗੁਰ ਨਾਉ, ਜੀਵ ਦੇ ਨਾਲ ਜਿਹੜਾ ਹੈਗਾ ਜੋ ਵੀ ਗੁਰੂ ਨੇ ਪਰਮੇਸ਼ਰ ਦਾ ਨਾਮ ਦੱਸਿਆ ਆ, ਉਹ ਜੀਵ ਦੇ ਨਾਲ ਜਪਣਾ ਹੈ। ਨੇਤਰੀ ਸਤਿਗੁਰ ਪੇਖਣਾ, ਔਰ ਨੇਤਰਾਂ ਦੇ ਨਾਲ ਜਿਹੜਾ ਹੈਗਾ ਸਤਿਗੁਰੂ ਨੂੰ ਦੇਖਣਾ। ਸਤਿਗੁਰੂ ਨੂੰ ਦੇਖਣਾ ਕੀ ਹੈਗਾ? ਸਤਿਗੁਰੂ ਜਿਹੜੇ ਹੈਗੇ ਆਪਣਾ ਗਿਆਨ ਹੈਗਾ ਭਾਈ। ਗੁਰੂ ਆਪਣਾ ਗਿਆਨ ਹੈਗਾ। ਗੁਰੂ ਨੇ ਆਪਣਾ ਦੇਖਣਾ ਤੇ ਦੇਖਣਾ 'ਚ ਕੋਈ ਫਰਕ ਹੈ? ਕੋਈ ਦੇਖਣਾ ਤੇ ਦੇਖਣਾ ਵੀਰ ਜੀ, ਆਪਾਂ ਚਲੋ ਇਹਨੂੰ ਜਿਹੜਾ ਹੈਗਾ ਨਾ, ਦੇਖੋ ਇਹਦੇ ਵਿੱਚ ਮੈਂ ਤਾਂ ਪੁੱਛ ਰਿਹਾ, ਮੈਨੂੰ ਪਤਾ ਨਹੀਂ ਜੀ। ਨਹੀਂ ਸੇਮ ਹੀ ਹੈ ਵਰਡ? ਨਹੀਂ, ਸੇਮ ਵਰਡ ਤਾਂ ਨਹੀਂ ਹੈਗੇ ਆ। ਦੇਖਣਾ ਅੱਖਾਂ ਦੇ ਨਾਲ ਹੋ ਜਾਏਗਾ, ਪੇਖਣਾ ਥੋੜਾ ਜਿਹਾ ਹਿਰਦੇ ਅੰਦਰੋਂ ਪੇਖਣਾ ਹੋ ਜਾਂਦਾ ਹੈ, ਅੰਦਰ ਦੇ ਨੇਤਰਾਂ ਦੇ ਨਾਲ। ਹਾਂ, ਇਹਦਾ ਮਤਲਬ ਸਤਿਗੁਰੂ ਨੂੰ ਅੰਦਰ ਦੇ ਨੇਤਰਾਂ ਨਾਲ ਅੱਖਾਂ ਜਦੋਂ ਬੰਦ ਕਰਦੇ ਆ ਉਦੋਂ ਪੇਖਣਾ ਸ਼ੁਰੂ ਹੁੰਦਾ? ਨਹੀਂ, ਪੇਖਣ ਦਾ ਮਤਲਬ ਹੈ ਜੇ ਤੁਸੀਂ ਇਹ ਸਤਿਗੁਰੂ ਗਿਆਨ ਹੈਗੇ, ਇਹ ਗਿਆਨ ਦੇ ਨਾਲ ਗਿਆਨ ਨੂੰ ਅਪਣਾ ਰਹੇ ਹੋ ਤਾਂ ਪੇਖਣਾ ਹੋ ਗਿਆ ਤੁਹਾਡਾ, ਨਹੀਂ ਤਾਂ ਨਹੀਂ ਹੋਇਆ ਪੇਖਣਾ। ਇਹ ਗਿਆਨ ਨੂੰ ਜਿਹੜਾ ਹੈਗਾ ਤੁਸੀਂ ਗਿਆਨ ਨੂੰ ਅਪਣਾ ਰਹੇ ਹੋ, ਗਿਆਨ ਦੇ ਹਾਂ ਇੰਪਲੀਮੈਂਟੇਸ਼ਨ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਅੱਖਰ ਦੇ ਵਿੱਚ ਆਪਾਂ ਫਸਣਾ ਨਹੀਂ ਹੈ। ਅੱਖਰ ਦੇ ਵਿੱਚ ਫਸ ਗਏ ਤੇ ਫਿਰ ਮੁਸ਼ਕਿਲ ਹੈ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਔਰ ਫਿਰ ਸਰਵਣੀ ਜਿਹੜੇ ਹੈਗੇ ਆ, ਇਹ ਜੋ ਆਪਾਂ ਦੇਖੋ ਉੱਪਰ ਲਿਖਿਆ ਜਿਹਵਾ ਜਪ ਗੁਰ ਨਾਉ, ਇੱਥੇ ਲਿਖਿਆ ਸਰਵਣੀ ਸੁਣਨਾ ਗੁਰ ਨਾਉ। ਸੇਮ ਦੀ ਸੇਮ ਚੀਜ਼ ਆ, ਜੋ ਜਪ ਰਹੇ ਆ ਉਸ ਨੂੰ ਸੁਣਨਾ ਹੈ, ਤਾਂ ਹੀ ਲਿਖਿਆ ਗੁਰ ਨਾਉ। ਬਿਲਕੁਲ ਸੇਮ ਦੇ ਸੇਮ ਸਪੈਲਿੰਗ ਹੈਗੇ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ। ਆ ਹੈਗੀ ਭਾਈ ਸਤਿਗੁਰੂ ਦੀ ਭਗਤੀ। ਇਹ ਸਤਿਗੁਰੂ ਦੇ ਅਨੁਸਾਰ ਕਾਰਵਾਈ ਜੇ ਆਪਾਂ ਰੱਤੇ ਜਾਵਾਂਗੇ, ਇਹਦੇ ਵਿੱਚ ਜਿਹੜੇ ਹੈਗੇ ਇਹਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਜਾਵਾਂਗੇ, ਤੇ ਭਾਈ ਡੈਸਟੀਨੇਸ਼ਨ ਅਚੀਵ ਹੋ ਜਾਏਗਾ। ਦਰਗਹਿ ਪਾਈਏ ਠਾਉ, ਯਾਤਰਾ ਪੂਰੀ ਹੋ ਜਾਏਗੀ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ। ਕਹਿੰਦੇ ਬਸ ਇਹ ਮਾਲਕ ਦੀ ਕਿਰਪਾ ਹੈ ਜਿਸ ਦੇ ਉੱਤੇ ਉਹਨੂੰ, ਜਿਹਨੂੰ ਇਹ ਵਸਤੂ ਆ ਗਈ, ਜਿਹਦੇ ਕੋਲ ਆਹ ਚੀਜ਼ ਆ ਗਈ, ਆਹ ਜੀਵਨ ਜਾਚ ਆ ਗਈ, ਤੇ ਉਹਦੇ ਕੋਲ ਅੰਮ੍ਰਿਤ ਵੀ ਆ ਜਾਏਗਾ ਭਾਈ, ਨਾਮ ਪਦਾਰਥ ਵੀ ਆ ਜਾਏਗਾ, ਔਰ ਦਰਗਾਹ 'ਚ ਪਰਮਾਤਮਾ ਦੀ ਦਰਗਾਹ 'ਚ ਜਗ੍ਹਾ ਵੀ ਆ ਜਾਏਗੀ। ਪਰ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ। ਟਾਵੇਂ ਜਿਹੜੇ ਵਿਰਲੇ ਜਿਹੜੇ ਹੈਗੇ ਸੰਸਾਰ ਦੇ ਵਿੱਚ ਜਿਹੜੇ ਹੈਗੇ ਆਹ ਕੰਮ ਜਿਹੜਾ ਹੈਗਾ ਅਪਣਾਉਂਦੇ ਆ ਭਾਈ। ਵਿਰਲੇ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਇਸ ਨੂੰ ਅਪਣਾਉਂਦੇ ਹੈਗੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ।
ਮਹੱਲਾ ਪੰਜਵਾਂ। ਰੱਖੇ ਰੱਖਣਹਾਰ ਆਪ ਉਬਾਰਿਅਨ। ਕਹਿੰਦੇ ਮਾਲਕ ਪਰਮਾਤਮਾ ਜਿਹੜਾ ਹੈਗਾ ਰੱਖਣਹਾਰ ਆ, ਉਹ ਮਾਲਕ ਪਰਮਾਤਮਾ ਨੇ ਆਪ ਜਿਹੜਾ ਹੈਗਾ ਉਬਾਰ ਦਿੰਦਾ ਹੈ। ਮਾਲਕ ਦੀ ਮਿਹਰ ਹੋ ਜਾਂਦੀ ਹੈ। ਰੱਖੇ ਰੱਖਣਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਗੁਰੂ ਦੇ ਪੈਰੀ ਕਿਵੇਂ ਪੈਣਾ ਹੈ? ਆਪ ਪਹਿਲਾ ਸ਼ਲੋਕ ਲੈ ਲਓ, ਉਹਦੇ ਵਿੱਚ ਜਿਹੜਾ ਹੈਗਾ ਐਕਸਪਲੇਨ ਕੀਤਾ ਹੈ ਪਾਏ ਗੁਰੂ ਦੀ ਪੈਰੀ ਕਿਵੇਂ ਪੈਣਾ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਇਸ ਤਰ੍ਹਾਂ ਕਾਜ ਸਵਾਰ ਦਿੰਦਾ ਹੈ ਮਾਲਕ ਪਰਮਾਤਮਾ। ਹੋ ਆਪ ਦਿਆਲ ਮਨੋ ਨਾ ਵਿਸਾਰਿਅਨ, ਉਹ ਮਾਲਕ ਪਰਮਾਤਮਾ ਦਿਆਲ ਹੋ ਜਾਂਦਾ ਹੈ ਔਰ ਮਨ ਤੋਂ ਵਿਸਾਰਦਾ ਨਹੀਂ ਹੈ ਪਾਏ। ਜਿਹੜੇ ਮਾਲਕ ਨੂੰ ਯਾਦ ਕਰਦੇ ਆ ਉਹਨਾਂ ਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਨਹੀਂ ਵਿਸਾਰਦਾ। ਮਾਲਕ ਦੀ ਨਜ਼ਰ ਦੇ ਵਿੱਚ ਤਾਂ ਸਾਰੀ ਸ੍ਰਿਸ਼ਟੀ ਹਰੇਕ ਜੀਵ ਹੈਗਾ। ਸਾਧ ਜਨਾ ਕੈ ਸੰਗ ਪਾਉਜਲ ਤਾਰਿਅਨ। ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ ਤਰ ਜਾਂਦਾ। ਜਿਹੜਾ ਵੀ ਸਾਧ ਸੰਗਤ ਕਰਦਾ, ਜਿਹਨੂੰ ਸਾਧ ਸੰਗਤ ਲੱਭ ਜਾਂਦੀ ਹੈ ਪਾਏ, ਇਹ ਸੰਸਾਰ ਸਮੁੰਦਰ ਤੋਂ ਪਾਰ ਨਿਕਲ ਜਾਂਦਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਅਨ। ਕਿਹੇ ਜਿਹਾ ਮਰਜੀ ਹੋਏ, ਪਿਛਲਾ ਜੀਵਨ ਕਿਹੇ ਜਿਹਾ ਮਰਜੀ ਹੋਏ, ਸਾਕਤ ਹੋਏ, ਨਿੰਦਾ ਕਰਨ ਵਾਲਾ ਹੈ, ਦੁਸ਼ਟ ਹੋਏ, ਕਹਿੰਦੇ ਖਿਨ ਦੇ ਵਿੱਚ ਤਰ ਜਾਏਗਾ ਜੇ ਕਿਤੇ ਜਿਹੜਾ ਹੈਗਾ ਜਿਹੜਾ ਹੈਗਾ ਜਿਹੜਾ ਰਸਤਾ ਇਹ ਗੁਰੂ ਦੇ ਪੈਰਾਂ ਦੇ ਵਿੱਚ ਪੈ ਜਾਏਗਾ, ਗੁਰੂ ਦੇ ਅਨੁਸਾਰ ਜੀਵਨ ਚਲਾਉਣਾ ਸ਼ੁਰੂ ਕਰ ਦੇਗਾ, ਅਤੇ ਉਹ ਪਾਏ ਮੈਟਰ ਨਹੀਂ ਕਰਦਾ। ਉਹ ਉਸੇ ਵੇਲੇ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗੇ ਚੇਂਜਸ ਆਉਣੇ ਸ਼ੁਰੂ ਹੋ ਜਾਣਗੇ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ। ਆਇਆ ਟੇਕ ਪਾਈ ਉਸ ਮਾਲਕ ਪਰਮਾਤਮਾ ਦੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਜਿਹਦੇ ਸਿਮਰਨ ਕਰਨ ਦੇ ਨਾਲ, ਸਮਰਨ ਕਰਨ ਦੇ ਨਾਲ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਦੁੱਖ ਜਿਹੜੇ ਹੈਗੇ ਚਲੇ ਜਾਂਦੇ ਆ। ਹਾਂਜੀ ਕੀ ਵਿਦਾਰੀਅਨ ਮਤਲਬ ਜਿਹੜਾ ਹੈਗਾ ਕਿਸੇ ਚੀਜ਼ ਨੂੰ ਖਤਮ ਕਰ ਦੇਣਾ। ਹਾਂ, ਸਾਕਤ ਨਿੰਦਕ ਦੁਸ਼ਟ ਉਹਨਾਂ ਦੇ ਅੰਦਰੋਂ ਜਿਹੜੀ ਹੈਗੀ ਆ ਬੁਰਾਈਆਂ ਦੂਰ ਕਰ ਦਿੰਦੇ। ਹਾਂਜੀ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਐ। ਕਹਿੰਦੇ ਉਹ ਮਾਲਕ ਪਰਮਾਤਮਾ ਅਕੁਲ ਹੈਗਾ ਭਾਈ। ਉਹ ਜਿਹੜਾ ਹੈਗਾ ਸਭ ਸਾਰਿਆਂ ਤੋਂ ਉੱਪਰ ਹੈਗਾ ਭਾਈ। ਉਹਦਾ ਕੁਲ ਸਭ ਤੋਂ ਉੱਪਰ। ਅਕੁਲ ਨਿਰੰਜਨ, ਉਹ ਮਾਇਆ ਤੋਂ ਰਹਿਤ ਹੈਗਾ। ਪੁਰਖ, ਉਹ ਪੁਰਖ ਹੈਗਾ ਮਾਲਕ ਪਰਮਾਤਮਾ। ਅਗਮ ਅਪਾਰੀਏ, ਉਹ ਅਗਮ ਅਪਹੁੰਚ ਹੈਗਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ। ਔਰ ਅਪਾਰ ਜਿਹੜਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੈਗਾ। ਅਪਾਰ ਸ਼ਕਤੀ ਵਾਲਾ ਮਾਲਕ ਪਰਮਾਤਮਾ ਹੈਗਾ ਔਰ ਸੰਸਾਰ ਸਮੁੰਦਰ ਤੋਂ ਪਾਰ ਬ੍ਰਹਮ ਹੈਗਾ। ਇਸ ਤੋਂ ਪਾਰ ਹੈਗਾ, ਇਹਦੇ ਅੰਦਰ ਵੀ ਹੈਗਾ ਔਰ ਇਸ ਤੋਂ ਪਾਰ ਵੀ ਹੈਗਾ। ਸੱਚੋ ਸੱਚਾ ਸੱਚ ਸੱਚ ਨਿਹਾਰੀਏ, ਕਿ ਉਹ ਮਾਲਕ ਪਰਮਾਤਮਾ ਹਮੇਸ਼ਾ ਹੀ ਰਹਿਣ ਵਾਲਾ ਹੈਗਾ। ਸੱਚੋ ਸੱਚਾ ਸੱਚ ਹਮੇਸ਼ਾ ਹੀ ਰਹਿਣ ਵਾਲਾ ਹੈ। ਉਹ ਸੱਚ ਸੱਚ ਨਿਹਾਰੀਏ, ਉਹ ਮਾਲਕ ਪਰਮਾਤਮਾ ਇਹ ਸ੍ਰਿਸ਼ਟੀ ਇਹਦੇ ਵਿੱਚ ਉਸੇ ਮਾਲਕ ਪਰਮਾਤਮਾ ਨੂੰ ਨਿਹਾਰੀਏ। ਸੱਚੋ ਸੱਚਾ ਸੱਚ ਸੱਚ ਨਿਹਾਰੀਏ, ਕੂੜ ਨਾ ਜਾਪੇ ਕਿਛ ਤੇਰੀ ਧਾਰੀਏ। ਕਹਿੰਦੇ ਇਹ ਮੇਰੇ ਮਾਲਕਾ, ਮੈਨੂੰ ਤਾਂ ਕਿਤੇ ਝੂਠ ਲੱਗਦਾ ਹੀ ਨਹੀਂ ਆ। ਤੇਰੀ ਸ੍ਰਿਸ਼ਟੀ ਜਿਹੜੀ ਹੈਗੀ ਇਹ ਵੀ ਸੱਚੀ ਲੱਗਦੀ ਆ, ਕਿਉਂਕਿ ਇਹਦੇ ਪਿੱਛੇ ਇਹਦੇ ਅੰਦਰ ਤੂੰ ਨਜ਼ਰ ਆਉਣਾ ਹੈ। ਕੂੜ ਨਾ ਜਾਪੇ ਕਿਛ ਤੇਰੀ ਧਾਰੀਏ, ਤੇਰੀ ਬਣਾਈ ਹੋਈ ਸ੍ਰਿਸ਼ਟੀ ਜਿਹੜੀ ਆ, ਜਿਹਨੂੰ ਤੂੰ ਸਪੋਰਟ ਕੀਤਾ ਹੋਇਆ, ਤੂੰ ਆਸਰਾ ਦਿੱਤਾ ਹੋਇਆ, ਤੂੰ ਆਧਾਰ ਦਿੱਤਾ ਹੋਇਆ, ਉਹ ਕੂੜ ਥੋੜੀ ਨਾ ਹੈ। ਕੂੜ ਨਾ ਜਾਪੇ ਕਿਛ ਤੇਰੀ ਧਾਰੀਏ, ਸਭ ਸੇ ਦੇ ਆਧਾਰ ਜੇ ਤੂੰ ਪਾਰੀਏ। ਸਾਰਿਆਂ ਨੂੰ ਜਿੰਨੀ ਵੀ ਤੂੰ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰਿਆਂ ਨੂੰ ਤੇਰਾ ਆਸਰਾ ਹੈ ਮਾਲਕਾ। ਸਭ ਸੇ ਦੇ ਦਾਤਾਰ, ਸਾਰਿਆਂ ਨੂੰ ਦਾਤ ਦੇ ਰਿਹਾ ਤੂੰ। ਜੇ ਤੂੰ ਪਾਰੀਏ, ਜਿੰਨੀ ਤੂੰ ਪੈਦਾ ਕੀਤੀ ਹੈ। ਕੋਈ ਵੀ ਜਿਹੜਾ ਹੈਗਾ ਭਾਵੇਂ ਉਹਨੂੰ ਯਾਦ ਕਰਦਾ ਹੈ, ਨਹੀਂ ਯਾਦ ਕਰਦਾ ਹੈ, ਕਿਸ ਤਰ੍ਹਾਂ ਵੀ ਜਿਹੜਾ ਹੈਗਾ ਉਹ ਹਰੇਕ ਨੂੰ ਦੇ ਰਿਹਾ ਪਾਏ, ਹਰੇਕ ਨੂੰ ਦੇ ਰਿਹਾ।
ਸਭ ਸਹਿ ਦੇ ਦਾਤਾਰ, ਸਭ ਸਹਿ ਦੇ ਦਾਤਾਰ ਜੇ ਤੋ ਬਾਰੀਏ, ਇਕਤ ਸੂਤ ਪਰੋਏ ਜੋਤ ਸੰਜਾਰੀਏ। ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈਗੀ ਔਰ ਸਾਰੇ ਉਸ ਮਾਲਕ ਪਰਮਾਤਮਾ ਦੇ ਸੂਤ ਦੇ ਵਿੱਚ ਪਰੋਏ ਹੋਏ ਆ, ਉਹਦੇ ਨਾਲ ਜੁੜੇ ਹੋਏ ਆ ਸਾਰੇ ਦੇ ਸਾਰੇ। ਹੁਕਮੇ ਪੌਜਲ ਮੰਝ ਹੁਕਮੇ ਤਾਰੀਏ, ਮਾਲਕ ਪਰਮਾਤਮਾ ਦੀ ਖੇਡ ਹੈਗੀ। ਇਹ ਪੌਜਲ ਬਣਾਇਆ, ਸੰਸਾਰ ਸਮੁੰਦਰ ਬਣਾਇਆ, ਆਪਣੇ 'ਚ ਜਿਹੜੇ ਹੈਗੇ ਆ, ਆਪਣੇ 'ਚ ਜੋਤਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਭੇਜੀਆਂ। ਔਰ ਆ ਜਿਹੜੀ ਖੇਡ ਜਿਹੜੀ ਹੈਗੀ ਆ, ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬਣਾ ਜਿਹੜਾ ਹੈਗਾ, ਇਹ ਮੋਹ ਦੇ ਚਿੱਖੜ ਦੇ ਵਿੱਚ ਜਿਹੜਾ ਹੈਗਾ, ਜੂਨਾਂ ਦੇ ਵਿੱਚ, ਇਹ ਵੀ ਉਹਦੀ ਖੇਡ ਹੈਗੀ ਆ। ਔਰ ਇਸ ਤੋਂ ਬਾਹਰ ਨਿਕਲਣਾ, ਤਾਰਨਾ ਜਿਹੜਾ ਹੈਗਾ, ਇਹ ਵੀ ਉਹਦਾ ਹੁਕਮ ਹੈਗਾ ਮਾਲਕ ਦਾ। ਦੋਨੋਂ ਦੇ ਦੋਨੋਂ ਮਾਲਕ ਦੀ ਗੇਮ ਹੈਗੀ, ਮਾਲਕ ਨੂੰ ਦੋਨੋਂ ਪਸੰਦ ਹੈਗੇ। ਹੁਕਮੇ ਪੌਜਲ ਮੰਝੇ, ਪੌਜਲ ਦੇ ਵਿੱਚ ਜਿਹੜੇ ਜਨਮ ਮਰਨ ਦੇ ਗੇੜ 'ਚ ਪਏ ਹੋਏ ਆ, ਮਾਲਕ ਉਹਨਾਂ 'ਤੇ ਵੀ ਖੁਸ਼ ਹੈਗਾ। ਹੁਕਮੇ ਪੌਜਲ ਮੰਝੇ ਹੁਕਮੇ ਤਾਰੀਏ, ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਏ। ਪਰ ਇਹ ਜਿਹੜੀ ਹੈਗੀ ਆ, ਇਹ ਧਿਆਨ ਸਿਮਰਨ ਜਿਹੜਾ ਹੈਗਾ, ਇਹ ਸੰਸਾਰ ਸਮੁੰਦਰ ਤੋਂ ਨਿਕਲਣ ਦਾ ਕੰਮ ਜਿਹੜਾ ਹੈਗਾ, ਜਿਸ ਤੋਂ ਮਾਲਕ ਪਰਮਾਤਮਾ ਜਿਹਦੇ ਮੱਥੇ 'ਤੇ ਜਿਹੜਾ ਹੈਗਾ ਇਹ ਭਾਗ ਜਾਗ ਜਾਂਦੇ ਆ, ਜਿਹਦੇ ਮੱਥੇ ਦੇ ਉੱਤੇ, ਉਹੀ ਜਿਹੜਾ ਹੈਗਾ ਧਿਆਨ ਸਿਮਰਨ ਕਰਦਾ ਹੈ। ਔਰ ਭਾਗ ਜਿਹੜੇ ਹੈਗੇ ਆ ਆਪਣੇ ਹੱਥ ਦੇ ਵਿੱਚ ਆ, ਕਲਮ ਆਪਣੇ ਹੱਥ 'ਚ ਆ। ਭਾਗ ਬਣਾਉਣ ਵਾਸਤੇ ਹੀ ਆਪਾਂ ਆਏ ਆ ਦੁਨੀਆ ਦੇ ਵਿੱਚ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਏ, ਤੇਰੀ ਗਤ ਮਿਤ ਲਖੀ ਨਾ ਜਾਏ ਹਾਂ ਤੁਧ ਬਲਿਹਾਰੀਏ। ਕਹਿੰਦੇ ਮਾਲਕਾ ਤੇਰੀ ਉੱਚੀ ਅਵਸਥਾ ਜਿਹੜੀ ਹੈਗੀ, ਤੂੰ ਕਿੰਨਾ ਕੁ ਵੱਡਾ ਹੈਗਾ, ਇਹ ਜਿਹੜੀ ਹੈਗੀ ਕੋਈ ਜਿਹੜਾ ਇਹਨੂੰ ਲੱਖ ਨਹੀਂ ਸਕਦਾ। ਮੈਂ ਤਾਂ ਬਲਿਹਾਰ ਜਾਣਾ ਹੈ। ਬਲਿਹਾਰ ਜਾਣਾ ਕੀ ਹੈ? ਉਸ ਮਾਲਕ ਪਰਮਾਤਮਾ ਤੋਂ ਕਿਵੇਂ ਜਾਈਏ ਬਲਿਹਾਰ? ਬਈ ਉਸ ਮਾਲਕ ਪਰਮਾਤਮਾ ਦੀ ਭਗਤੀ ਕਰਕੇ ਆਪਾਂ ਬਲਿਹਾਰ ਜਾ ਸਕਦੇ। ਸ਼ਲੋਕ ਮਹਲਾ ਪੰਜਵਾਂ। ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ। ਬਸ ਜੇ ਮਨ ਦੇ ਵਿੱਚੋਂ ਮਾਲਕ ਪਰਮਾਤਮਾ ਵਸ ਗਿਆ, ਮਾਲਕ ਦੀ ਯਾਦ ਆ ਗਈ, ਮਾਲਕ ਦੇ ਵੱਲ ਧਿਆਨ ਆ ਗਿਆ, ਕਹਿੰਦੇ ਤੂੰ ਤਾਂ ਖੁਸ਼ ਹੋ ਗਿਆ ਮਾਲਕਾ। ਜਾਂ ਤੂੰ ਤੁਸੈ ਮਿਹਰਬਾਨ, ਤੁਸੈ ਮਤਲਬ ਖੁਸ਼ ਹੋਣਾ। ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ। ਅਚਿੰਤ ਅਚਨਚੇਤ ਔਰ ਜਿਹੜਾ ਹੈਗਾ ਉਹਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ। ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ, ਜਾਂ ਤੂੰ ਤੁਸੈ ਮਿਹਰਬਾਨ ਨੌ ਨਿਤ ਕਰ ਮੈਂ ਪਾਹੇ। ਜਦੋਂ ਮਾਲਕ ਖੁਸ਼ ਹੋ ਜਾਂਦਾ ਹੈ ਪਾਏ, ਤੇ 9 ਨਿਧੀਆਂ 18 ਸਿੱਧੀਆਂ ਘਰ ਦੇ ਵਿੱਚ ਹੀ ਆ ਜਾਂਦੀਆਂ। ਅੰਮ੍ਰਿਤ ਜਿਹੜਾ ਹੈ ਘਰ ਦੇ ਵਿੱਚ ਹੀ ਨਾਮ ਪਦਾਰਥ ਮਿਲ ਜਾਂਦਾ ਹੈ। ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ। ਬਸ ਦੇਖ ਲਓ ਜਿਹੜਾ ਇੱਥੇ ਪੂਰਾ ਦਾ ਪੂਰਾ ਲਿਖਿਆ, ਦੇਖੋ ਗੁਰ ਕਾ ਮੰਤਰ, ਮੰਤਰ ਰਾਰਾ ਪੈਰ ਦੇ ਵਿੱਚ, ਫਿਰ ਉੱਥੇ ਔਂਕੜ ਵੀ ਲਗਾਈ ਮਹਾਰਾਜ। ਇਹ ਗੁਰ ਕਾ ਮੰਤਰ ਕੀ ਹੈਗਾ? ਉਹ ਪੂਰਾ ਦਾ ਪੂਰਾ ਗੁਰ ਕਾ ਮੰਤਰ ਆਪਾਂ ਨੇ ਜਿਹੜਾ ਹੈਗਾ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨਿਤਨੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਆ ਗੁਰ ਕਾ ਮੰਤਰ ਹੈਗਾ ਭਾਈ। ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ। ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ। ਇਸ ਤਰੀਕੇ ਦੇ ਨਾਲ ਭਾਈ ਜਿਹੜੇ ਆਪਣਾ ਜੀਵਨ ਜਿਹੜਾ ਹੈਗਾ, ਇਹ ਜੋ ਗੁਰੂ ਕਹਿ ਰਹੇ ਆ ਉਸ ਦੇ ਅਨੁਸਾਰ, ਇਸ ਗਿਆਨ ਦੇ ਅਨੁਸਾਰ ਜਿਹੜੇ ਆਪਣਾ ਜੀਵਨ ਚਲਾਉਣਾ ਸ਼ੁਰੂ ਕਰ ਦਿੰਦੇ ਆ ਭਾਈ, ਉਸ 'ਤੇ ਮਾਲਕ ਤੁਸ ਜਾਂਦਾ ਹੈ ਔਰ ਸੱਚ 'ਚ ਸਮਾ ਜਾਂਦੇ ਆ। ਉਹ ਜਿਹੜੇ ਹੈਗੇ ਮਨੁੱਖੀ ਜੂਨ ਜਿਹੜੀ ਪਾਈ ਹੋਈ ਆ, ਉਹ ਜਿਹੜੀ ਹੈਗੀ ਉਹ ਸਫਲ ਹੋ ਜਾਂਦੀ ਹੈ। ਇਹ ਮੇਰੇ ਖਿਆਲ ਪਹਿਲੀ ਪੌੜੀ ਸੀਗੀ, ਨਹੀਂ ਇਹ ਸ਼ਲੋਕ ਸੀਗਾ। ਪੌੜੀ ਪਹਿਲੀ ਤਾਂ ਇੱਥੇ ਇਹ ਹੋਈ ਆ, ਹਾਂ ਤੁਧ ਬਲਿਹਾਰੀਏ, ਇਹ ਦੂਸਰੀ ਪੌੜੀ ਦਾ ਸ਼ਲੋਕ ਸੀਗਾ। ਹੁਣ ਇਸ ਤੋਂ ਅੱਗੇ ਇੱਕ ਸ਼ਲੋਕ ਹੋਰ ਲਗਾਇਆ ਮਹਾਰਾਜ ਨੇ, ਮਹਲਾ ਪੰਜਵਾਂ। ਕਿੱਤੀ ਬਹਿਨ ਬਹਿਣੇ ਮੁੱਚ ਵਜਾਇਨ ਵਜ। ਕਿੱਤੀ ਬਹਿਨ ਬਹਿਣੇ ਮੁੱਚ ਵਜਾਇਨ ਵਜ। ਬਹਿਣੇ ਕਹਿੰਦੇ ਆ ਬੈਠਣਾ। ਕਿੱਤੀ ਬਹਿਨ ਬਹਿਣੇ,
ਕਿੰਨੇ ਕੁ ਲੋਕੀ ਜਿਹੜੇ ਹੈਗੇ ਸੰਸਾਰ ਦੇ ਵਿੱਚ ਜਿੱਥੇ ਆਪਾਂ ਹੈਗੇ ਆ ਇਸ ਤਰ੍ਹਾਂ ਸੰਸਾਰ ਦੇ ਵਿੱਚ ਆ ਕੇ ਜੀਵਨ ਗੁਜ਼ਾਰ ਕੇ ਚਲੇ ਗਏ। ਮੁੱਚ ਵਜਾਇਨ ਵੱਜ, ਮੁੱਚ ਕਹਿੰਦੇ ਬਹੁਤ ਜ਼ਿਆਦਾ ਇਹ ਜਿਹੜੇ ਹੈਗੇ ਦੁਨੀਆ ਦੇ ਵਾਜੇ ਵਜਾ ਕੇ ਚਲੇ ਗਏ ਭਾਈ। ਇਹ ਧੰਦਿਆਂ ਦੇ ਵਿੱਚ ਜਿਹੜੇ ਹੈਗੇ ਆਪਣਾ ਜੀਵਨ ਜਿਹੜਾ ਹੈਗਾ ਗੁਜ਼ਾਰ ਕੇ ਕਿੰਨੇ ਕੁ ਚਲੇ ਗਏ ਭਾਈ। ਕਿੱਤੀ ਬਹਿਣੇ ਕਿੰਨੇ ਕੁ ਬੈਠੇ ਇੱਥੇ ਆ ਕੇ ਜਿੱਥੇ ਆਪਾਂ ਬੈਠੇ ਆ। ਕਿੱਤੀ ਬਹਿਣੇ ਸੰਸਾਰ ਦੇ ਵਿੱਚ, ਮੁੱਚ ਵਜਾਇਨ ਵੱਜ, ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀ ਅਲੱਜ। ਪਰ ਭਾਈ ਜਿਨ੍ਹਾਂ ਨੇ ਜਿਹੜਾ ਹੈ ਗੁਰੂ ਕਾ ਮੰਤਰ ਨਹੀਂ ਕਮਾਇਆ, ਜਿਨ੍ਹਾਂ ਨੇ ਗੁਰੂ ਤੋਂ ਜਿਹੜੀ ਹੈਗੀ ਆ ਮੱਤ ਲੈ, ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਨਹੀਂ ਗੁਜ਼ਾਰਿਆ, ਕਹਿੰਦੇ ਉਹਨਾਂ ਤੋਂ ਬਗੈਰ ਭਾਈ ਕਿਸੇ ਦੀ ਵੀ ਲਾਜ ਨਹੀਂ ਰਹੀ। ਸਾਰੇ ਦੇ ਸਾਰੇ ਜਿਹੜੇ ਆ ਵੇਸਟ ਕਰਕੇ ਗਏ ਆਪਣੇ ਜੀਵਨ ਨੂੰ, ਮਨੁੱਖੀ ਜੀਵਨ ਨੂੰ। ਪੌੜੀ ਤੁਧ ਧਿਆਨ ਬੇਦ ਕਤੇਬਾ ਸਣ ਖੜੇ। ਹੁਣ ਇਹ ਮਾਲਕ ਪਰਮਾਤਮਾ ਦੀ ਭਗਤ ਮਤਲਬ ਪ੍ਰੋਵੀਜ਼ਨ ਹੈਗਾ। ਇਹ ਭਗਤੀ ਦੇ ਰਸਤੇ ਦੇ ਉੱਤੇ ਵੀ ਜਿਹੜੇ ਹੈਗੇ ਆ ਕਹਿੰਦੇ ਕੋਈ ਵੇਦ ਕਤੇਬਾ, ਹਿੰਦੂ ਮੁਸਲਮਾਨ ਸਾਰਿਆਂ ਦੇ ਜਿਹੜੇ ਧਾਰਮਿਕ ਗ੍ਰੰਥ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਜਿਹੜੇ ਹੈਗੇ ਆ ਇਹਨਾਂ ਦਾ ਗਿਆਨ ਲੈ ਕੇ ਜਿਹੜੇ ਹੈਗੇ ਆ ਕਈ ਇਹਨਾਂ ਦੇ ਵਿੱਚ ਜਿਹੜੇ ਹੈਗੇ ਭਗਤੀ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਗਿਆਨ ਲੈਂਦੇ ਹੈਗੇ ਆ। ਤੁਧ ਧਿਆਨ ਵੇਦ ਕਤੇਬਾ ਸਣ ਖੜੇ। ਉਹ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਮਾਲਕ ਪਰਮਾਤਮਾ ਦੀ ਭਗਤੀ ਸਮਝਦੇ ਆ ਇਸ ਨੂੰ। ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਕਿੰਨੇ ਕੁ ਤੇਰੇ ਦਰ ਦੇ ਉੱਤੇ ਪਏ ਆ ਮਾਲਕਾ, ਉਹਨਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ। ਤੇਰੀ ਐਡੀ ਵੱਡੀ ਦੁਨੀਆ ਹੈਗੀ ਆ। ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਣਾ। ਬ੍ਰਹਮਾ ਵਰਗੇ ਕਿੰਨੇ ਬ੍ਰਹਮੇ ਹੈਗੇ ਜਿਹੜਾ ਤੇਰਾ ਧਿਆਨ ਕਰ ਰਹੇ ਆ। ਤੇ ਇੰਦਰ ਜਿਹੜੇ ਹੈਗੇ ਆ ਉਹ ਵੀ ਜਿਹੜੇ ਹੈਗੇ ਕਿੰਨੇ ਕੁ ਹੈਗੇ ਜਿਹੜੇ ਆਪਣੇ ਆਸਣ ਤੇ ਤਖਤ ਦੇ ਉੱਤੇ ਹੈਗੇ ਆ। ਜਿਹੜੇ ਇੰਦਰ ਵੀ ਜਿਹੜੇ ਹੈਗੇ ਆ ਉਹ ਵੀ ਆਪਣੇ ਹਿਸਾਬ ਦੇ ਨਾਲ ਤੈਨੂੰ ਜਿਹੜਾ ਹੈਗਾ ਤੇਰੀ ਭਗਤੀ ਕਰ ਰਹੇ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਔਰ ਸ਼ੰਕਰ ਜਿਹੜੇ ਹੈਗੇ ਆ ਇਹ ਸ਼ਿਵ ਜੀ ਤੇ ਵਿਸ਼ਨੂੰ, ਇਹ ਅਵਤਾਰ ਜਿਹੜੇ ਹੈਗੇ ਅੰਸ਼ਿਕ ਅਵਤਾਰ ਜਿਹੜੇ ਹੈਗੇ ਇਹ ਵੀ ਮੁਖ ਦੇ ਨਾਲ ਪਰਮਾਤਮਾ ਦਾ ਜਸ ਭਣਦੇ ਆ, ਬੋਲਦੇ ਆ। ਪੀਰ ਪਿਕੰਬਰ ਸ਼ੇਖ ਮਸਾਇਕ ਔਲੀਏ। ਕਿੰਨੇ ਪੀਰ ਹੈਗੇ ਆ, ਲੋਕੀ ਪੁੱਛਦੇ ਉਹਨਾਂ ਨੂੰ ਕਿੰਨੇ ਪੈਗੰਬਰ ਹੋਏ ਆ, ਕਿੰਨੇ ਕੁ ਸ਼ੇਖ ਹੋਏ ਆ। ਮਸਾਇਕ ਦਾ ਮਤਲਬ ਬਹੁਤ ਸਾਰੇ ਸ਼ੇਖ ਹੋਏ ਆ, ਔਲੀਏ ਹੋਏ ਆ ਜਿਨ੍ਹਾਂ ਕੋਲ ਕੁਛ ਜਿਹੜੇ ਹੈਗੇ ਅਚੀਵਮੈਂਟ ਹੈ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਕਹਿੰਦੇ ਉਹ ਮਾਲਕ ਪਰਮਾਤਮਾ ਉਹ ਆਕਾਰ ਰਹਿਤ ਮਾਲਕ ਪਰਮਾਤਮਾ ਹਰੇਕ ਘਟ ਘਟ ਦੇ ਵਿੱਚ ਮੌਲ ਰਿਹਾ ਹੈਗਾ। ਉਹ ਮਾਲਕ ਪਰਮਾਤਮਾ ਹਰੇਕ ਘਟ ਘਟ ਦੇ ਵਿੱਚ ਮੌਲ ਰਿਹਾ ਹੈਗਾ। ਕੂੜੋਂ ਕਰੇ ਵਿਨਾਸ਼ ਧਰਮੇ ਤੱਗੀਏ। ਉਹ ਮਾਲਕ ਪਰਮਾਤਮਾ ਦਾ ਨਿਯਮ ਹੈ ਭਾਈ। ਜਿਹੜੇ ਕੂੜ ਦੇ ਨਾਲ ਲੱਗੇ ਹੋਏ ਆ ਉਹਨਾਂ ਦਾ ਜੀਵਨ ਅਜਾਈ ਚਲੇ ਜਾਂਦਾ ਹੈ। ਔਰ ਜਿਹੜੇ ਧਰਮ ਦੇ ਨਾਲ ਜਿਹੜੇ ਭਗਤੀ ਕਰਦੇ, ਪ੍ਰੇਮ ਪਰਮਾਤਮਾ ਦੀ ਭਗਤੀ ਕਰਦੇ ਆ, ਉਹ ਜਿਹੜੇ ਹੈਗੇ ਆਪਣਾ ਜੀਵਨ ਸਫਲ ਕਰ ਜਾਂਦੇ, ਤੱਗ ਜਾਂਦੇ ਆ, ਸੰਸਾਰ ਦੇ ਵਿੱਚ ਆ ਕੇ ਸਫਲ ਹੋ ਜਾਂਦੇ ਆ, ਲਾਭ ਲੈ ਕੇ ਜਾਂਦੇ ਆ। ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਏ। ਉਹ ਮਾਲਕ ਪਰਮਾਤਮਾ ਜਿਹੇ ਜੀ ਗੇਮ, ਜਿਹੇ ਜਿਹਾ ਪ੍ਰੋਵੀਜ਼ਨ ਮਾਲਕ ਨੇ ਕੀਤਾ ਹੈ ਉਸ ਪਾਸੇ ਦੇ ਵਿੱਚ ਆਪਾਂ ਜਿਹੜੇ ਹੈਗੇ ਉਹ ਕੰਮ ਕਰ ਸਕਦੇ ਹਾਂ ਭਾਈ। ਜੋ ਮਾਲਕ ਨੇ ਆਪਾਂ ਨੂੰ ਹੁਕਮ ਹੈ ਮਾਲਕ ਦਾ, ਜੋ ਉਹਨੇ ਸਲੋਟ ਬਣਾਇਆ ਉਹਨਾਂ 'ਚ ਹੀ ਆਪਾਂ ਗਤੀ ਕਰ ਸਕਦੇ। ਸ਼ਲੋਕ ਮਹੱਲਾ ਪੰਜਵਾਂ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਇਨਸਾਨ ਦੀ ਫਿਤਰਤ ਹੈ ਕਹਿੰਦੇ ਵੀ ਚੰਗਾ ਕੰਮ ਕਰਨ ਵਾਸਤੇ ਉਹ ਆਲਸ ਕਰਦਾ ਹੈ। ਚੰਗੇ ਕੰਮ ਕਰਨ ਵਾਸਤੇ, ਧਿਆਨ ਸਿਮਰਨ ਭਗਤੀ ਕਰਨ ਵਾਸਤੇ, ਕਿਸੇ ਦੀ ਮਦਦ ਕਰਨੀ ਹੋਏ ਕਹਿੰਦੇ ਆਲਸ ਕਰਦਾ ਹੈ। ਇੱਕ ਸੈਕਿੰਡ ਜੀ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ।
ਔਰ ਬੁਰਾ ਕੰਮ ਕਰਨਾ ਹੋਵੇ ਤੇ ਬਿਲਕੁਲ ਸ਼ੇਰ ਵਾਂਗੂ ਫਟਾਫਟ ਜਾ ਕੇ ਕਰਦਾ ਹੈ ਭਾਈ ਇਨਸਾਨ। ਨਾਨਕ ਅੱਜ ਕੱਲ੍ਹ ਆਪਸੀ ਗਾਫਲ ਫਾਹੀ ਪੇਰ, ਕਹਿੰਦੇ ਨਹੀਂ ਪਤਾ ਵੀ ਅੱਜ ਕੱਲ੍ਹ ਤੇਰਾ ਸਮਾਂ ਖਤਮ ਹੋ ਜਾਣਾ ਹੈ, ਔਰ ਜਿਹੜਾ ਹੈਗਾ ਉਹ ਜਮਾ ਨੇ ਤੇਰੇ ਪੈਰਾਂ ਦੇ ਵਿੱਚ ਫਾਹੀ, ਜਮਾ ਦੀ ਫਾਹੀ ਤੇਰੇ ਪੈਰਾਂ 'ਚ ਆ ਜਾਣੀ ਹੈ ਭਾਈ। ਸਮਾਂ ਖਤਮ ਹੋ ਜਾਏਗਾ ਭਾਈ। ਮਹੱਲਾ ਪੰਜਵਾਂ। ਕਿਤੀਆਂ ਕੁਟੰਗ ਗੁੱਜਾ ਥੀਏ ਨਾ ਹਿੱਤ, ਨਾਨਕ ਤੈ ਸ਼ੈ ਟਕਿਆ ਮਨ ਮੈਂ ਸੱਚਾ ਮਿੱਤ। ਕਿਤੀਆ ਕੁਟੰਗ ਗੁੱਜਾ ਥੀਏ ਨਾ ਹਿੱਤ। ਦੇਖੋ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਕਿੰਨੇ ਕੁ ਆਪਣੀਆਂ ਜਿਹੜੇ ਹੈਗੇ ਆ, ਕਿੰਨੇ ਕੁ ਆਪਣੇ ਔਗੁਣ ਹੈਗੇ ਆ। ਕਹਿੰਦੇ ਸਾਰੇ ਦੇ ਸਾਰੇ ਗੁੱਜਾ ਥੀਏ ਨਾ ਹਿੱਤ, ਔਰ ਆਪਾਂ ਕਿੰਨੇ ਪੂਰੀ ਆਪਣੇ ਮਨ ਲਗਾ ਕੇ ਔਗੁਣ ਕਰਦੇ ਹਾਂ, ਹਿੱਤ ਲਗਾ ਕੇ ਔਗੁਣ ਕਰਦੇ ਹਾਂ ਆਪਣੇ। ਕਹਿੰਦੇ ਉਹ ਮਾਲਕ ਪਰਮਾਤਮਾ ਤੋਂ ਕੋਈ ਵੀ ਚੀਜ਼ ਗੁੱਝੀ ਨਹੀਂ ਹੈਗੀ। ਮਾਲਕ ਸਾਰਾ ਕੁਝ ਦੇਖ ਰਿਹਾ ਹੈ। ਆਪਣੀ ਆਤਮਾ ਦੇਖ ਰਹੀ ਹੈ। ਆਤਮਾ ਹੀ ਪਰਮਾਤਮਾ ਹੈਗੀ, ਵਾਈ ਵਿਟਨੈਸ ਹੈਗੀ ਆ। ਕਿਤਿਆ ਕੁਡੰਗ ਗੁੱਜਾ ਥੀਏ ਨਾ ਹਿੱਤ, ਉਹਦੇ ਕੋਲੋਂ ਕੁਛ ਨਹੀਂ ਛੁਪਿਆ ਹੋਇਆ ਵੀ ਪੂਰਾ ਤੇਰੇ ਅੰਦਰ ਤੇਰੀ ਖਿੱਚ ਜਿਹੜੀ ਹੈ ਉਸ ਪਾਸੇ ਹੈਗੀ। ਨਾਨਕ ਤੈਂ ਸ਼ੈ ਟਕਿਆ ਮਨ ਮੈਂ ਸੱਚਾ ਮਿੱਤ। ਹੇ ਮੇਰੇ ਮਾਲਕਾ, ਤੂੰ ਜਿਹੜਾ ਹੈਗਾ ਸੰਸਾਰ ਦੇ ਵਿੱਚ ਪ੍ਰਗਟ ਨਹੀਂ ਹੋਣ ਦਿੱਤਾ। ਤੂੰ ਜਿਹੜੇ ਹੈਗੇ ਇਹ ਮੇਰਾ ਜਿਹੜਾ ਹੈਗਾ, ਮੇਰਾ ਇਹ ਆਹ ਰੂਪ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਢੱਕ ਲਿਆ। ਤੇਰੇ ਤੋਂ ਵੱਡਾ ਮਿੱਤਰ ਮੇਰਾ ਕੌਣ ਹੋ ਸਕਦਾ ਹੈ ਮਾਲਕਾ। ਨਾਨਕ ਤੈ ਸ਼ੈ ਟਕਿਆ ਮਨ ਮੈਂ ਸੱਚਾ ਮਿੱਤ। ਤੂੰ ਮੇਰਾ ਮਿੱਤਰ ਹੈ ਮਾਲਕਾ, ਸੱਚਾ ਮਿੱਤਰ ਤੂੰ ਹੈਗਾ। ਪੌੜੀ। ਹਉ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲਿਆਂ। ਹੇ ਮੇਰੇ ਮਾਲਕਾ, ਮਿਹਰ ਕਰ, ਮੈਨੂੰ ਸਾਧ ਸੰਗਤ ਦੇ, ਤੇਰੇ ਦਾਸਾਂ ਦਾ ਗੋਲਾ ਬਣਾ। ਮੈਂ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗੇ ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਉਹਨਾਂ ਦੀ ਸੇਵਾ ਕਰ ਸਕਾਂ। ਸੇਵਾ ਕਰਕੇ ਉਹਨਾਂ ਤੋਂ ਜਿਹੜਾ ਹੈਗਾ ਮੈਂ ਦਾਤ ਲੈ ਸਕਾਂ। ਉਹਨਾਂ ਦੇ ਕੋਲੋਂ ਮੈਂ ਜਿਹੜਾ ਹੈਗਾ ਉਹਨਾਂ ਦੀ ਸੰਗਤ ਕਰਕੇ ਔਰ ਉਹਨਾਂ ਦੀ ਉਹ ਉਚਾਈ ਲੈ ਸਕਾਂ। ਹਉ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲਿਆਂ। ਮੈਂ ਤੇਰੇ ਕੋਲੋਂ ਆਹ ਚੀਜ਼ ਮੰਗਦਾ ਹੈ, ਮੈਨੂੰ ਆਹ ਸਾਧ ਸੰਗਤ ਦੇ, ਤੇਰੇ ਦਾਸਾਂ ਦੀ ਸੰਗਤ ਦੇ, ਉਹਨਾਂ ਦਾ ਗੋਲਾ ਬਣਾ। ਨੌ ਨਿਧ ਪਾਈ ਰਾਜ ਜੀਵਾਂ ਬੋਲਿਆ। ਔਰ ਮੈਂ ਜਿਹੜਾ ਹੈਗਾ 9 ਨਿਧੀਆਂ 18 ਸਿੱਧੀਆਂ ਔਰ ਤੇਰੇ ਮਹਿਲ ਦੇ ਵਿੱਚ, ਤੇਰੀ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਏ ਮੈਨੂੰ ਵੀ, ਜੇ ਕਿਤੇ ਮੈਂ ਜਿਹੜਾ ਹੈਗਾ ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਤੈਨੂੰ ਬੋਲ ਸਕਾਂ, ਤੇਰੀ ਭਗਤੀ ਕਰ ਸਕਾਂ। ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਘਣਾ। ਕਿਉਂਕਿ ਤੇਰੇ ਦਾਸਾਂ ਦੇ ਘਰ ਘਣਾ ਆ ਇਹ ਅੰਮ੍ਰਿਤ ਨਾਮ, ਇਹ ਨਾਮ ਦਾ ਖਜ਼ਾਨਾ ਤੇਰੇ ਦਾਸਾਂ ਦੇ ਘਰ ਮੈਂ ਵੀ ਉਹਨਾਂ ਤੋਂ ਲੈ ਸਕਾਂ। ਤਿਨਕੇ ਸੰਗ ਨਿਹਾਲ ਸਰਵਣੀ ਜਸ ਸੁਣਾ। ਮੈਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਸੰਗਤ ਕਰਕੇ ਮੈਂ ਵੀ ਖੁਸ਼ਹਾਲ ਜੀਵਨ ਵਾਲਾ ਹੋ ਜਾਵਾਂ। ਮੈਂ ਵੀ ਸਰਵਣਾ ਦੇ ਨਾਲ ਤੇਰਾ ਜਸ ਸੁਣਾ। ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ। ਜੋ ਉਹ ਕਾਰ ਕਰ ਰਹੇ ਆ ਮੈਂ ਵੀ ਉਹ ਕਾਰ ਕਮਾ ਲਵਾਂ। ਮੈਂ ਵੀ ਜਿਹੜਾ ਹੈਗਾ ਸਰੀਰ, ਮੇਰੇ ਸਰੀਰ 'ਚੋਂ ਵੀ ਮੇਰੇ ਔਗੁਣ ਚਲੇ ਜਾਣ, ਮੇਰਾ ਵੀ ਸਰੀਰ ਪਵਿੱਤਰ ਹੋ ਜਾਏ, ਮੇਰੀ ਵੀ ਜਿਹੜੀ ਹੈਗੀ ਆ ਮੇਰੀਆਂ ਵੀ ਆਦਤਾਂ ਜਿਹੜੀਆਂ ਸੁਧਰ ਜਾਣ। ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ। ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ। ਇਹ ਪੱਖਾ ਪਾਣੀ ਪੀਸ ਜਿਹੜਾ ਹੈਗਾ ਉਹਨਾਂ ਦੀ ਸੇਵਾ ਕਰਕੇ ਜਿਹੜਾ ਹੈਗਾ ਮੈਂ ਵੀ ਬਿਗਸ ਜਾਵਾਂ। ਆਪੋਂ ਕਛ ਨਾ ਹੋਏ ਪ੍ਰਭ ਨਦਰ ਨਿਹਾਲੀਏ। ਹੇ ਮੇਰੇ ਮਾਲਕਾ, ਮੇਰੇ ਕੋਲੋਂ ਆਪਣੇ ਆਪ ਮੈਂ ਆਪਣੀ ਹਉਮੈ ਦੇ ਨਾਲ ਕੁਛ ਨਹੀਂ ਕਰ ਸਕਦਾ। ਮੇਰੇ ਉੱਤੇ ਕਿਰਪਾ ਕਰ, ਤੇਰੀ ਕਿਰਪਾ ਚਾਹੀਦੀ ਆ। ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀਏ। ਮੈਨੂੰ ਜਿਹੜਾ ਹੈਗਾ ਨਿਰਗੁਣ ਨੂੰ, ਮੇਰੇ ਕੋਲ ਕੋਈ ਗੁਣ ਨਹੀਂ ਹੈਗਾ, ਮੈਨੂੰ ਜਿਹੜਾ ਹੈਗਾ ਤੇਰੀ ਸਾਧ ਸੰਗਤ ਦੇ ਵਿੱਚ ਜਿਹੜੇ ਹੈਗੇ, ਤੇਰੇ ਸੰਤਾਂ ਦੀ ਸੰਗਤ ਦੇ ਵਿੱਚ ਜਿਹੜਾ ਹੈਗਾ ਮੈਨੂੰ ਜਗ੍ਹਾ ਦੇ, ਮੈਨੂੰ ਉਹਨਾਂ ਦੀ ਸੰਗਤ ਦੇ। ਸ਼ਲੋਕ ਮਹਲਾ ਪੰਜਵਾਂ। ਸਾਜਨ
ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ। ਇਹ ਮੇਰੇ ਮਾਲਕਾ, ਮੈਂ ਤੇਰੇ ਚਰਨਾਂ ਦੀ ਜਿਹੜਾ ਹਮੇਸ਼ਾ ਹੀ ਤੇਰੇ ਚਰਨਾਂ ਦੀ ਧੂੜ ਹੋ ਕੇ ਰਵਾਂ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ, ਤੇਰੇ ਚਰਨ ਜਿਹੜੇ ਹਮੇਸ਼ਾ ਮੇਰੇ ਹਿਰਦੇ 'ਚ ਟਿਕਣ। ਤੇਰੀ ਸ਼ਰਨ ਦੇ ਵਿੱਚ ਜਿਹੜਾ ਹੈਗਾ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ। ਮੈਂ ਤੈਨੂੰ ਆਪਣੇ ਅੰਗ ਸੰਗ ਹਮੇਸ਼ਾ ਤੇਰੀ ਪ੍ਰੈਜੈਂਸ ਨੂੰ ਮੈਂ ਜਿਹੜਾ ਹੈਗਾ ਐਡਮਿਟ ਕਰ ਸਕਾਂ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ। ਮਹੱਲਾ ਪੰਜਵਾਂ। ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ। ਕਹਿੰਦੇ ਅਸੰਖਾਂ ਹੀ ਜਿਹੜੇ ਹੈਗੇ ਪਾਏ, ਜਿੰਨੇ ਮਰਜ਼ੀ ਅਵਗੁਣ ਹੋਣ ਇਨਸਾਨ ਦੇ ਵਿੱਚ, ਉਹ ਕਿੰਨਾ ਮਰਜ਼ੀ ਪਤਿਤ ਹੋਏ ਪੁਨੀਤ ਹੋ ਜਾਏਗਾ ਜੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉਹਦਾ ਮਨ ਲੱਗ ਜਾਏਗਾ। ਤੇ ਮਨ ਲਗਾ ਕੇ ਜਿਹੜਾ ਹੈਗਾ ਉਹ ਧਿਆਨ ਸਿਮਰਨ ਭਗਤੀ ਕਰਨੀ ਸ਼ੁਰੂ ਕਰ ਦੇਗਾ। ਤੇ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ। 68 ਤੀਰਥ ਪਰਮੇਸ਼ਰ ਦੇ ਨਾਮ ਦੇ ਵਿੱਚ ਆ ਜਾਂਦੇ, ਧਿਆਨ ਸਿਮਰਨ ਦੇ ਵਿੱਚ ਆ ਜਾਂਦੇ ਆ, ਔਰ ਸਭ ਤੋਂ ਉੱਚੇ ਭਾਗ ਹੋ ਜਾਂਦੇ ਆ ਭਾਈ, ਜਿਹੜਾ ਇਸ ਪਾਸੇ ਲੱਗ ਜਾਂਦਾ ਹੈ, ਜਿਹਦੇ ਅੰਦਰ ਪਰਮੇਸ਼ਰ ਦੇ ਚਰਨ ਆ ਜਾਂਦੇ। ਪੌੜੀ। ਨਿਤ ਜਪੀਏ ਸਾਸ ਗਿਰਾਸ ਨਾਉ ਪਰਵਰਦਗਾਰ ਦਾ। ਮਾਲਕ ਪਰਮਾਤਮਾ ਨੇ ਮਨੁੱਖਾ ਸਰੀਰ ਦਿੱਤਾ ਹੋਇਆ ਪਾਏ, ਇਹ ਸਵਾਸ ਦੇ ਰਿਹਾ ਹੈ ਮਾਲਕ, ਔਰ ਸਾਰਾ ਆਪਾਂ ਨੂੰ ਦੇਖ ਲਓ ਕਿੰਨਾ ਕੁਛ ਆਪਾਂ ਨੂੰ ਦੇ ਰਿਹਾ ਭਾਈ। ਕਿਵੇਂ ਆਪਾਂ ਨੂੰ ਜਿਹੜਾ ਹੈਗਾ ਇਸ ਸਰੀਰ ਨੂੰ ਚਲਾਉਣ ਦੇ ਵਾਸਤੇ ਜਿਹੜੇ ਹਰ ਸੁਵਿਧਾ ਦੇ ਰਿਹਾ ਮਾਲਕ ਪਰਮਾਤਮਾ। ਗਿਰਾਸ ਮਤਲਬ ਜੋ ਮਾਲਕ ਪਰਮਾਤਮਾ ਦੇ ਰਿਹਾ ਆਪਾਂ ਨੂੰ ਸਰੀਰ ਦੇ ਵਾਸਤੇ, ਇਹ ਘੋੜੇ ਦੇ ਵਾਸਤੇ। ਤੇ ਇਹਦੇ ਤੋਂ ਕੰਮ ਲਈਏ ਭਾਈ, ਨਿੱਤ ਜਿਹੜਾ ਹੈਗਾ ਨਿਤਨੇਮ ਬਣਾਈਏ ਆਪਣਾ, ਉਹ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਨ ਦਾ। ਉਹ ਜਿਹੜਾ ਪਰਵਰਦਗਾਰ ਆ, ਸਾਰੀ ਦੁਨੀਆ ਦਾ ਮਾਲਕ ਹੈਗਾ, ਦੇਣ ਵਾਲਾ ਹੈ, ਜਿਹੜਾ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਨੂੰ। ਨਿਤ ਜਪੀਏ ਸਾਸ ਗਿਰਾਸ ਨਾਉ ਪਰਵਰਦਗਾਰ ਦਾ। ਹੁਣ ਦੇਖੋ ਇੱਥੇ ਕਲੀਅਰ ਕੱਟ ਲਿਖਿਆ ਹੈ, ਪੌੜੀ ਪੰਜਵੀਂ ਪਾਤਸ਼ਾਹੀ ਦੀ ਪੌੜੀ ਆ, ਇੱਥੇ ਕਲੀਅਰ ਕੱਟ ਲਿਖਿਆ ਨਾਉ ਪਰਵਰਦਗਾਰ ਦਾ, ਉੱਥੇ ਜਿਹਵਾ ਜਪ ਗੁਰ ਨਾਉ। ਦੇਖੋ ਕਿੰਨਾ ਜਿਹੜਾ ਹੈਗਾ, ਦੇਖੋ ਜੇ ਹੁਣ ਆਪਾਂ ਇਸ ਨੂੰ ਨਹੀਂ ਆਪਾਂ ਇਸ ਭੇਦ ਨੂੰ ਫੜ ਸਕੇ ਤੇ ਫਿਰ ਜਿਹੜਾ ਫਿਰ ਇੱਥੇ ਜਿਹੜੇ ਹੈਗੇ ਆਪਣੇ ਅੰਦਰ ਜਿਹੜੇ ਹੈਗੇ ਉਹ ਚੱਲ ਪਏਗਾ। ਨਿਤ ਜਪੀਏ ਸਾਸ ਗਿਰਾਸ ਨਾਉ ਪਰਵਰਦਗਾਰ ਦਾ, ਜਿਸਨੂੰ ਕਰੇ ਰਹਿਮ ਤਿਸ ਕਦੇ ਨਾ ਵਿਸਾਰਦਾ। ਜਿਸ ਦੇ ਉੱਤੇ ਮਾਲਕ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਰਹਿਮ ਹੋ ਜਾਂਦਾ ਹੈ, ਰਹਿਮਤ ਹੋ ਜਾਂਦੀ ਆ, ਕਹਿੰਦੇ ਉਹਨੂੰ ਉਹ ਮਾਲਕ ਪਰਮਾਤਮਾ ਨਹੀਂ ਵਿਸਾਰਦਾ ਪਾਏ, ਜਿਹੜਾ ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਦਾ ਹੈ। ਆਪ ਪਾਵਨਹਾਰ ਆਪੇ ਹੀ ਮਾਰਦਾ। ਉਹ ਮਾਲਕ ਪਰਮਾਤਮਾ ਜੀਵ ਜਿਹੜੇ ਸ੍ਰਿਸ਼ਟੀ ਨੂੰ ਆਪ ਪੈਦਾ ਕਰਨ ਵਾਲਾ ਹੈਗਾ, ਔਰ ਆਪ ਹੀ ਉਹਨੂੰ ਨਸ਼ਟ ਕਰਨ ਵਾਲਾ ਹੈਗਾ। ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ। ਉਹ ਮਾਲਕ ਪਰਮਾਤਮਾ ਹਰੇਕ ਚੀਜ਼ ਨੂੰ ਜਾਣਦਾ ਹੈ, ਸਭ ਕੁਛ ਜਾਣੂ ਹੈ, ਹਰੇਕ ਚੀਜ਼ ਦਾ ਜਾਣਕਾਰ ਹੈਗਾ ਮਾਲਕ ਪਰਮਾਤਮਾ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਹਰ ਚੀਜ਼ ਜਿਹੜੀ ਹੈਗੀ ਆ ਉਸ ਤੋਂ ਉੱਪਰ ਬੁੱਧੀ ਨਹੀਂ ਹੈ ਕਿਸੇ ਦੀ ਭਾਈ। ਪੂਰੀ ਚੀਜ਼ ਜਿਹੜੀ ਹੈਗੀ ਉਸਦੇ ਕੰਮ ਦੇ ਵਿੱਚ ਕੋਈ ਕਮੀ ਨਹੀਂ ਕੱਢ ਸਕਦਾ ਭਾਈ। ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ, ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਉਹ ਮਾਲਕ ਪਰਮਾਤਮਾ ਇਹ ਰੰਗ ਬਿਰੰਗੀ ਦੁਨੀਆ ਜਿਹੜੀ ਹੈਗੀ ਆ ਖਿਨ ਦੇ ਵਿੱਚ ਬਣਾ ਦਿੰਦਾ ਹੈ। ਜਿਸ ਨੂੰ ਲਾਏ ਸੱਚ ਤਿਸੇ ਉਦਾਰਦਾ। ਜਿਸ ਨੂੰ ਸੱਚ ਦੇ ਨਾਲ ਲਗਾ ਦਿੰਦਾ ਹੈ ਮਾਲਕ ਪਰਮਾਤਮਾ, ਉਸ ਨੂੰ ਇਸ ਖੇਡ ਚੋਂ ਜਿਹੜਾ ਹੈਗਾ ਉਬਾਰ ਲੈਂਦਾ ਹੈ, ਇਸ ਸੰਸਾਰ ਸਮੁੰਦਰ ਤੋਂ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਮਾਲਕ ਵੱਲ ਹੈਗਾ ਪਾਏ, ਜਿਹਦੇ ਗੁਰੂ ਵੱਲ ਹੈਗੇ, ਜਿਹਦੇ ਕੋਲ ਆ ਗਿਆਨ ਹੈਗਾ, ਜਿਹੜਾ ਇਸ ਗਿਆਨ ਦੇ ਅਨੁਸਾਰ ਜੀਵਨ ਚਲਾ ਰਿਹਾ, ਉਹ ਤਾਂ ਹਾਰ ਨਹੀਂ ਸਕਦਾ ਪਾਏ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਨਾਨਕ ਅਭਾਗ ਦੀਵਾਨ ਹੈ ਹਾਂ ਤਿਸ ਨਮਸਕਾਰ ਦਾ। ਉਸ ਮਾਲਕ ਪਰਮਾਤਮਾ ਦਾ ਦੀਵਾਨ ਜਿਹੜਾ ਹੈਗਾ, ਉਸ ਮਾਲਕ ਦਾ ਰਾਜ ਜਿਹੜਾ ਹੈਗਾ ਉਹ ਅਪੱਗ ਹੈਗਾ, ਉਹਨੂੰ ਕੋਈ ਭੰਗ ਨਹੀਂ ਕਰ ਸਕਦਾ ਭਾਈ, ਹਮੇਸ਼ਾ ਰਹਿਣ ਵਾਲਾ ਹੈ। ਉਸ ਨੂੰ ਮਹਾਰਾਜ ਕਹਿੰਦੇ ਆ ਮੈਂ ਉਸ ਮਾਲਕ ਨੂੰ ਨਮਸਕਾਰ ਕਰਦਾ, ਉਹਦੀ ਸ਼ਰਨ ਦੇ ਵਿੱਚ ਹੈਗਾ। ਸ਼ਲੋਕ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਛੋੜੀਏ
ਦੀਜੇ ਅਗਨ ਜਲਾਏ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈ ਇਹ ਅਵਗੁਣ ਹੈਗੇ, ਇਹਨਾਂ ਨੂੰ ਜਿਹੜਾ ਹੈਗਾ ਛੱਡਣਾ ਕਰ ਪਾਈ, ਇਹਨਾਂ ਤੋਂ ਦੂਰੀ ਬਣਾ। ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ। ਇਹਦੇ ਵਾਸਤੇ ਉਪਰਾਲਾ ਕਰਨਾ ਹੈ ਆਪਾਂ ਨੇ। ਇਹ ਆਪਾਂ ਜਿਹੜੇ ਹੈਗੇ ਇਹ ਆਪਾਂ ਨਹੀਂ ਇਹਨਾਂ ਨੂੰ ਛੱਡ ਸਕਦੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਾਸਤੇ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਅੱਗੇ ਹੀ ਬੇਨਤੀ ਕਰਨੀ ਪਊਗੀ ਭਾਈ। ਦੋ ਹੈਗੇ, ਇੱਕ ਮੈਂ ਇੱਕ ਦੇਖਿਓ ਇਹਦੇ ਵਿੱਚ ਆਉਂਦਾ ਹੈ ਉਹ ਹੈਗਾ ਇੱਕ ਆਉਂਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਕਾਮ ਕ੍ਰੋਧ ਲੋਭ ਝੂਠ ਨਿੰਦਾ इन ते आप छड़ावो। माफ़ करना जी मेरा मीटिंग है, एक सेकंड जी। ਮੇਰਾ ਨਾ ਕਨੈਕਸ਼ਨ ਕੱਟ ਗਿਆ ਸੀ ਜੀ। ਆਵਾਜ਼ ਚਲੀ ਗਈ। ਹਾਂਜੀ ਹਾਂਜੀ ਮੇਰਾ ਕਨੈਕਸ਼ਨ ਕੱਟ ਗਿਆ ਸੀਗਾ। ਹਾਂਜੀ ਆ ਜਾਣਗੇ ਮੁੜ। ਆ ਗਏ ਜੀ। ਹਾਂ ਮੇਰਾ ਕਨੈਕਸ਼ਨ ਕੱਟ ਗਿਆ ਸੀ ਜੀ। ਉਹ ਸੀਗਾ ਕਾਮ। ਹਾਂ ਕਾਮ ਕ੍ਰੋਧ ਝੂਠ ਲੋਭ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ, ਇਸ ਤਰ੍ਹਾਂ ਆਉਂਦਾ ਹੈ। ਤੇ ਇਹ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਮਿਹਰ ਕਰਨੀ ਹੈ ਭਾਈ। ਉਹਨੇ ਜਿਹੜਾ ਹੈਗਾ ਇਸੇ ਤਰੀਕੇ ਦੇ ਨਾਲ ਜੋ ਆ ਕਾਰਵਾਈ ਜੋ ਆਪਾਂ ਕਰ ਰਹੇ ਹਾਂ, ਜੋ ਇਹ ਭਗਤੀ ਜਿਹੜੀ ਹੈਗੀ ਆ, ਇਸੇ ਦੇ ਨਾਲ ਇਹਨਾਂ ਨੇ ਜਾਣਾ ਹੈਗਾ, ਇਸੇ ਦੇ ਨਾਲ ਜਾਣਾ ਹੈ। ਹੋਰ ਕੋਈ ਤਰੀਕਾ ਨਹੀਂ ਹੈਗਾ ਭਾਈ। ਉਹ ਸੀਗਾ ਆਪਾਂ ਇੱਕ ਸੈਕਿੰਡ ਜੀ। ਉਹ ਸੀਗਾ ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ, ਜੀਵਦਿਆਂ ਨਿਤ ਜਾਪੀਏ ਨਾਨਕ ਸਾਚਾ ਨਾਉ। ਕਹਿੰਦੇ ਜਦ ਤੱਕ ਜੀਵਨ ਹੈਗਾ ਭਾਈ, ਨਿਤ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ, ਇਹ ਧਿਆਨ ਸਿਮਰਨ ਸੱਚਾ ਨਾਮ ਜਿਹੜਾ ਹੈਗਾ ਨਿਤ ਜਪ ਲਾ, ਤਾਂ ਇਹ ਕਾਮ ਕ੍ਰੋਧ ਲੋਭ ਇਹ ਛੁੱਟਣਗੇ, ਤਾਂ ਇਹ ਸੜਨਗੇ ਭਾਈ। ਹੋਰ ਕੋਈ ਤਰੀਕਾ ਨਹੀਂ ਹੈਗਾ। ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ, ਜੀਵਨ ਦਿਆਂ ਨਿਤ ਜਾਪੀਏ ਨਾਨਕ ਸਾਚਾ ਨਾਉ। ਨਿਤ ਦੇਖ ਲਓ ਇੱਥੇ ਬਿਲਕੁਲ ਕਲੀਅਰ ਕੱਟ ਨਿਤਨੇਮ ਆਪਾਂ ਨੂੰ ਦਿੱਤਾ ਹੈ ਭਾਈ। ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ, ਜੀਵਨ ਦਿਆਂ ਨਿਤ ਜਾਪੀਏ ਨਾਨਕ ਸਾਚਾ ਨਾਉ। ਮਹਲਾ ਪੰਜਵਾਂ। ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ, ਨਾਨਕ ਨਾਮ ਅਰਾਧਿਆ ਗੁਰ ਪੂਰੈ ਦਿਆ ਮਿਲਾਏ। ਦੇਖ ਲਓ ਸਾਰੇ ਫਲ ਪ੍ਰਾਪਤ ਹੋ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿੱਧਰ ਚਲੇ ਗਏ। ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਇਆ, ਸਾਰੇ ਦੇ ਸਾਰੇ ਫਲ ਪ੍ਰਾਪਤ ਹੋ ਗਏ। ਨਾਨਕ ਨਾਮ ਅਰਾਧਿਆ ਗੁਰ ਪੂਰੈ ਦਿਆ ਮਿਲਾਏ, ਪੂਰੇ ਗੁਰੂ ਨੇ ਮਾਲਕ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਬੂੰਦ ਸਾਗਰ ਤੋਂ ਸਾਗਰ ਦੇ ਵਿੱਚ ਮਿਲ ਗਈ ਪਾਏ। ਪੌੜੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹੀ ਤਾਂ ਖੇਡ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ, ਇਹੀ ਤਾਂ ਗੇਮ ਹੈਗੀ ਭਾਈ। ਜੇ ਮਾਲਕ ਹੀ ਜਿਹੜਾ ਹੈਗਾ ਇਹਨਾਂ ਨੂੰ ਦੂਰ ਕਰ ਦੂਗਾ ਤੇ ਫਿਰ ਜਿਹੜਾ ਹੈਗਾ ਫਿਰ ਖੇਡ ਕਾਹਦੀ ਹੋਈ ਪਾਏ। ਇੱਧਰ ਪਾਈ ਮਾਲਕ ਨੇ, ਉੱਧਰ ਉਹਨੇ ਦੂਰ ਕਰ ਦਿੱਤੀ। ਫਿਰ ਆਪਣਾ ਕਾਹਦਾ ਵਿੱਚ ਵਿਚਾਲੇ ਆਪਾਂ ਕੀ ਹੋ ਗਏ, ਆਪਣਾ ਕੀ ਮਤਲਬ, ਮਕਸਦ ਕੀ ਰਹਿ ਗਿਆ ਆਪਣਾ। ਮਾਲਕ ਨੇ ਜਿਹੜਾ ਹੈਗਾ ਅਲਟੀਮੇਟਲੀ ਹੈ ਉਹਦੇ ਪਾਏ ਹੋਏ, ਉਹਦੀ ਚੀਜ਼ ਹੈਗੀ ਆ। ਉਹਦੇ ਜਿਹੜੇ ਹੈਗੇ ਇਹਨਾਂ ਨੂੰ ਪਾਵਰ ਦਿੱਤੀ ਹੈ, ਸ਼ਕਤੀਆਂ ਜਿਹੜੀਆਂ ਮਾਲਕ ਦੀਆਂ ਹੈਗੀਆਂ।
ਮਾਲਕ ਨਹੀਂ ਜਿਹੜਾ ਹੈਗਾ ਇਹਨਾਂ ਨੂੰ ਰੋਕਣਾ ਹੈ, ਪਰ ਮਾਲਕ ਕਹਿੰਦਾ ਰੋਕਣ ਵਾਸਤੇ ਤੂੰ ਜਿਹੜਾ ਹੈਗਾ ਇਸ ਸਟੇਜ ਤੱਕ ਆ, ਧਿਆਨ ਸਿਮਰਨ ਕਰ। ਮੁੰਦਾਵਣੀ ਹੈ ਨਾ, ਹਾਂਜੀ ਮੁੰਦਾਵਣੀ ਹੈ ਨਾ, ਹਾਂ ਬਸ ਇਹੀ ਪਹਿਲੀ ਹੈਗੀ ਆ ਭਾਈ। ਕਿਉਂਕਿ ਦੇਖੋ ਉਹਨਾਂ ਨੇ ਤਾਂ ਫੱਟ ਦੇਣੀ, ਕਹਿ ਦੇਣਾ ਜੀ ਦੇਖੋ ਜੀ ਮਾਲਕ ਨੇ ਕਰਨੀ ਹੈ ਕਿਰਪਾ, ਮਾਲਕ ਨੇ ਕਰਨਾ ਹੈ, ਦੇਖੋ ਆਪਣੇ ਵਾਸਤੇ ਕੁਛ ਨਹੀਂ ਹੈਗਾ, ਬਸ ਫਿਰ ਹੱਥ ਤੇ ਹੱਥ ਰੱਖ ਕੇ ਬੈਠੇ ਰਹੋ। ਪੌੜੀ ਸੋ ਮੁਕਤਾ ਸੰਸਾਰ ਜੇ ਗੁਰੇ ਉਪਦੇਸਿਆ। ਆ ਲਓ ਦੇਖੋ ਆਪਾਂ ਐਵੇਂ ਬੋਲੀ ਜਾ ਰਹੇ ਹਾਂ, ਦੇਖੋ ਮਹਾਰਾਜ ਕੀ ਕਹਿ ਰਿਹਾ, ਸੋ ਮੁਕਤਾ ਸੰਸਾਰ। ਮੁਕਤ ਕਿੱਥੋਂ ਹੋਣਾ ਹੈ? ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਹੋਣਾ ਹੈ। ਸੋ ਮੁਕਤਾ ਸੰਸਾਰ ਜੇ ਗੁਰੇ ਉਪਦੇਸਿਆ। ਹੁਣ ਗੁਰੂ ਦਾ ਉਪਦੇਸ਼ ਹੀ ਨਹੀਂ ਲਿਆ, ਉਹਨੂੰ ਕਮਾਇਆ ਹੀ ਨਹੀਂ, ਕਿਹੜੇ ਪਾਸੇ ਮੁਕਤਾ ਹੋ ਜਾਊਗਾ ਭਾਈ? ਸੋ ਮੁਕਤਾ ਸੰਸਾਰ ਜੇ ਗੁਰੇ ਉਪਦੇਸਿਆ, ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ। ਇਹ ਬਲਾ ਤਾਂ ਉਹਦੀ ਜਾਣੀ ਹੈ, ਮਾਇਆ ਜਿਹੜੀ ਹੈ ਉਹਦੀ ਦੂਰ ਹੋਣੀ ਆ, ਉਹਦੇ ਅੰਦੇਸੇ ਦੂਰ ਹੋਣੇ ਆ ਭਾਈ, ਮਿਟਣੇ ਹੈਗੇ। ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ। ਔਰ ਐਸੇ ਇਨਸਾਨ ਦਾ ਜਿਹੜਾ ਗੁਰੂ ਦੇ ਉਪਦੇਸ਼ ਤੇ ਚੱਲ ਰਿਹਾ ਹੈ, ਜਿਹੜਾ ਧਿਆਨ ਸਿਮਰਨ ਕਰ ਰਿਹਾ ਹੈ, ਜਿਹਦਾ ਨਿਤਨੇਮ ਆ ਹੈਗਾ, ਕਹਿੰਦੇ ਉਹਦਾ ਦਰਸ਼ਨ ਦੇਖ ਕੇ ਸੰਸਾਰ ਨਿਹਾਲ ਹੋ ਜਾਂਦਾ ਭਾਈ। ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ, ਜਨ ਕੈ ਸੰਗ ਨਿਹਾਲ। ਪਾਪਾਂ ਮੈਲ ਧੋਏ, ਉਹਦੇ ਨਾਲ ਕਹਿੰਦੇ ਨਿਹਾਲ ਹੋ ਜਾਂਦਾ, ਪਾਪਾਂ ਦੀ ਮੈਲ ਚਲੇ ਜਾਂਦੀ। ਅੰਮ੍ਰਿਤ ਸਾਚਾ ਨਾਮ ਉੱਥੇ ਜਾਪੀਏ, ਉਹਦੀ ਸੰਗਤ ਦੇ ਨਾਲ, ਉਹਦੇ ਔਰੇ ਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਦਾ ਭਗਤੀ ਵੱਲ ਜਿਹੜਾ ਹੈਗਾ ਅਚਨ ਛਾਲਾ ਮਾਰਦਾ ਹੈ ਹਿਰਦਾ, ਜਿਹੜਾ ਦਿਲ ਜਿਹੜਾ ਹੈਗਾ। ਦੇਖ ਲਓ ਅੱਜ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦੀ ਉਹਨਾਂ ਦੀ ਐਡਵਾਈਸ ਬ੍ਰਹਮ ਗਿਆਨੀ ਪੰਜਵੀਂ ਪਾਤਸ਼ਾਹੀ ਬੋਲ ਰਹੀ ਹੈ, ਕਿਸ ਤਰੀਕੇ ਦੇ ਨਾਲ ਆਪਣੇ ਅੰਦਰ ਉਤਸ਼ਾਹ ਪੈਦਾ ਹੋ ਰਿਹਾ ਹੈ। ਅੰਮ੍ਰਿਤ ਸਾਚਾ ਨਾਮ ਉੱਥੇ ਜਾਪੀਏ, ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਏ। ਮਨ ਸੈਟਿਸਫਾਈ ਹੋ ਜਾਂਦਾ ਹੈ ਔਰ ਰੱਜ ਜਾਂਦਾ ਹੈ ਜਦ ਅੰਮ੍ਰਿਤ ਨਾਮ ਅੰਦਰ ਆ ਜਾਂਦਾ ਹੈ ਉਹਦੇ। ਜਿਸ ਘਟ ਵਸਿਆ ਨਾਮ ਤਿਸ ਬੰਧਨ ਕਾਟੀਏ। ਜਿਸ ਘਟ ਦੇ ਵਿੱਚ ਨਾਮ ਵਸ ਗਿਆ ਪਾਏ, ਉਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮੋਹ ਦੇ ਬੰਧਨ ਘਟ ਜਾਣੇ ਆ। ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਏ। ਪਰ ਇਹ ਗੁਰੂ ਦੀ ਕਿਰਪਾ ਦੇ ਨਾਲ ਕੋਈ ਟਾਵਾਂ ਜਿਹੜਾ ਹੈਗਾ ਇਹ ਨਾਮ ਧਨ ਦੀ ਕਮਾਈ ਕਰਦਾ ਹੈ, ਕੋਈ ਟਾਵਾਂ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਲੈਂਦਾ ਹੈ ਭਾਈ, ਕੋਈ ਟਾਵਾਂ ਜਿਹੜਾ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਦਾ ਹੈਗਾ। ਸ਼ਲੋਕ ਮਹਲਾ ਪੰਜਵਾਂ। ਮਨ ਮੈਂ ਚਿਤਵੋਂ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਮਨ ਮੈਂ ਚਿਤਵੋਂ ਚਿਤਵਨੀ, ਉਦਮ ਕਰੋ ਉਠ ਨੀਤ। ਮਨ ਦੇ ਵਿੱਚ ਚਿਤਵਨੀ ਹੈਗੀ, ਇੱਛਾ ਹੈਗੀ, ਮਨ ਦੇ ਵਿੱਚ ਭਗਤੀ ਕਰਨ ਦੀ ਇੱਛਾ ਹੈ, ਮਨ ਭਗਤੀ ਕਰਨ ਦੀ ਖਿੱਚ ਪੈਦਾ ਹੋ ਰਹੀ ਹੈ ਕਿ ਮੈਂ ਉਦਮ ਕਰਾਂ, ਉੱਠ ਕੇ ਨਿੱਤ ਜਿਹੜਾ ਹੈਗਾ ਇਸ ਕੰਮ ਵਾਸਤੇ, ਇਸ ਕੰਮ ਦੇ ਵਿੱਚ ਜੁਟਾਂ। ਇਹ ਮੇਰੇ ਅੰਦਰ ਇੱਛਾ ਹੈਗੀ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਹੇ ਮੇਰੇ ਮਾਲਕਾ, ਤੂੰ ਮੈਨੂੰ ਜਿਹੜਾ ਹੈਗਾ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਆਹਰ ਜਿਹੜਾ ਹੈਗਾ ਤੂੰ ਦੇ, ਤੂੰ ਮੇਰੇ ਉੱਤੇ ਮਿਹਰ ਕਰ ਮਾਲਕਾ। ਮਹੱਲਾ ਪੰਜਵਾਂ। ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਮਨ ਤਨ ਰੱਤਾ ਮੂਲ। ਨਾਲੋਂ ਕਿਰਪਾ ਹੋ ਜਾਂਦੀ ਹੈ ਮਾਲਕ ਪਰਮਾਤਮਾ ਦੀ। ਜਿਹੜਾ ਚਾਹੁੰਦਾ ਹੈ ਪਾਏ, ਜਿਹੜਾ ਡਿਮਾਂਡ ਕਰਦਾ ਹੈ, ਉਹ ਮੂਲ ਦੇ ਨਾਲ ਜਿਹੜਾ ਜੁੜਨਾ ਚਾਹੁੰਦਾ ਹੈ, ਮਨ ਔਰ ਤਨ ਦੇ ਨਾਲ ਜਿਹੜਾ ਜੁੜਨਾ ਚਾਹੁੰਦਾ ਹੈ। ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਉਹ ਮਾਲਕ ਪਰਮਾਤਮਾ ਉਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰੱਖ ਲੈਂਦਾ ਹੈ। ਨਾਨਕ ਜੋ ਪ੍ਰਭ ਪਾਣੀਆਂ, ਮਰੋਂ ਵਿਚਾਰੀ ਸੂਲ। ਨਾਨਕ ਜੋ ਪ੍ਰਭ ਪਾਣੀਆਂ, ਮਰੋਂ ਵਿਚਾਰੀ ਸੂਲ। ਨਾਨਕ ਜੋ ਪ੍ਰਭ ਪਾਣੀਆਂ, ਮਰੋਂ ਵਿਚਾਰੀ ਸੂਲ। ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਮਨ ਤਨ ਰੱਤਾ ਮੂਲ। ਨਾਨਕ ਜੋ ਪ੍ਰਭ ਪਾਣੀਆਂ, ਮਰੋਂ ਵਿਚਾਰੀ ਸੂਲ। ਜਿਹੜੇ ਪਰਮਾਤਮਾ ਨੂੰ ਜਿਹੜੇ ਪਰਮਾਤਮਾ ਨੂੰ ਭਾ ਜਾਂਦੇ ਆ, ਜਿਹੜੇ ਇਸ ਤਰ੍ਹਾਂ ਜਿਹੜੇ ਹੈਗੇ ਆ ਪਰਮਾਤਮਾ ਦੀ ਭਗਤੀ ਕਰਦੇ ਆ, ਜਿਹੜੇ ਮੂਲ ਦੇ ਨਾਲ ਮਨ ਔਰ ਤਨ ਲਗਾ ਕੇ ਰੱਤੇ ਹੁੰਦੇ ਆ, ਉਹਨਾਂ ਦੇ ਅੰਦਰੋਂ ਜਿਹੜੀਆਂ ਹੈਗੀਆਂ ਇਹ ਸੂਲ ਜਿਹੜੀਆਂ ਹੈਗੀਆਂ, ਸੂਲਾਂ ਕੀ ਹੈਗੀਆਂ? ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਮਰ ਜਾਂਦੇ ਆ ਭਾਈ। ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਮਨ ਤਨ ਰੱਤਾ ਮੂਲ। ਨਾਨਕ ਜੋ ਪ੍ਰਭ ਪਾਣੀਆਂ, ਮਰੋਂ ਵਿਚਾਰੀ ਸੂਲ। ਪੌੜੀ
ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਦੇਖ ਲਓ ਭਾਈ, ਦੇਖੋ ਹੁਣ ਇੱਥੇ ਕੀ ਕਹਿ ਰਿਹਾ ਮਹਾਰਾਜ। ਹੁਣ ਇੱਥੇ ਫੇਰ ਪਹੇਲੀ ਆ ਗਈ ਹੈ, ਕਹਿੰਦੇ ਗੁਰੂ ਦੇ ਕੋਲ ਅਰਦਾਸ ਕਰ। ਹੁਣ ਦੇਖੋ ਇੱਥੇ ਜਿਹੜਾ ਹੈਗਾ ਤੇ ਮਾਲਕ ਤੋਂ ਕਹਿੰਦੇ ਗੁਰੂ ਦੇ ਕੋਲ ਅਰਦਾਸ ਕਰ। ਗੁਰੂ ਦੇ ਕੋਲ ਅਰਦਾਸ ਕਰਨੀ ਕੀ ਹੈਗੀ ਬਈ? ਗੁਰੂ ਦੇ ਕੋਲ ਜਾ, ਗੁਰੂ ਦੇ ਕੋਲ ਗੁਰੂ ਦੀ ਮੱਤ ਲੈ ਔਰ ਉਹਨੂੰ ਅਪਣਾ ਲਾ। ਨਾਨਕ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਛੋੜ ਸਿਆਣਪ ਸਗਲ ਮਨ ਤਨ ਅਰਪ ਤਰ। ਕਹਿੰਦੇ ਛੱਡ ਦੇ ਆਪਣੀ ਗਾਰਬੇਜ ਸਾਰੀ ਜਿਹੜੀ ਆ ਤੇਰੇ ਅੰਦਰ, ਜਿਹੜਾ ਤੂੰ ਜਿਹੜਾ ਹੈਗਾ ਬਣਾ ਕੇ ਬੈਠਾ ਹੋਇਆ, ਆਪਣੇ ਜਿਹੜੇ ਹੈਗੇ ਆਪਣੀਆਂ ਵਿਧੀਆਂ, ਆਪਣੇ ਜਿਹੜੇ ਹੈਗੇ ਤੇਰੇ ਮਨ ਦੇ ਜਿਹੜੇ ਹੈਗੇ, ਜਿਸ ਦੇ ਹਿਸਾਬ ਦੇ ਨਾਲ ਤੂੰ ਚੱਲ ਰਿਹਾ, ਛੱਡ ਦੇ ਸਾਰਾ ਕੁਛ, ਗੁਰੂ ਦੇ ਅਨੁਸਾਰ ਚੱਲ। ਛੋੜ ਸਿਆਣਪ ਸਗਲ ਮਨ ਤਨ, ਮਨ ਵੀ ਔਰ ਤਨ ਵੀ, ਦੋਨੋਂ ਦੇ ਦੋਨੋਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਔਰ ਆਪਣਾ ਅੰਦਰ ਜਿਹੜਾ ਹੈਗਾ ਮਨ ਜਿਹੜਾ ਹੈਗਾ, ਉਹ ਸੁਰਤ ਜਿਹੜੀ ਹੈਗੀ, ਉਹ ਸਾਰੀ ਦੀ ਸਾਰੀ ਗੁਰੂ ਦੇ ਅਨੁਸਾਰ ਚਲਾ। ਅਰਪ ਕਰਦੇ ਆ, ਬਾਕੀ ਸਾਰਾ ਕੁਝ ਛੱਡ ਦੇ, ਸਾਰੀਆਂ ਸਿਆਣਪਾਂ ਮਨ ਤਨ ਦੀਆਂ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਝਰ। ਪੂਜੋ ਗੁਰ ਕੇ, ਹੁਣ ਗੁਰੂ ਦੇ ਪੈਰ ਕਿਹੜੇ ਪੂਜਣੇ ਆ ਭਾਈ? ਗੁਰੂ ਦੇ ਪੈਰ ਕੀ ਹੈ? ਗੁਰੂ ਦੇ ਪੈਰ ਹੈ ਗੁਰੂ ਦਾ ਗਿਆਨ। ਗੁਰੂ ਦਾ ਗਿਆਨ ਲੈ ਔਰ ਚੱਲ ਪਾ ਉਸ ਗਿਆਨ ਦੇ ਅਨੁਸਾਰ। ਤੇਰੀ ਸਾਰੀ ਦੀ ਸਾਰੀ ਭੈੜੀ ਮਤ, ਦੁਰਮਤ ਜਿਹੜੀ ਚਲੇ ਜਾਏਗੀ ਔਰ ਗੁਣ ਤੇਰੇ ਅੰਦਰ ਆ ਜਾਣਗੇ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਝਰ। ਸਾਧ ਜਨਾ ਕੈ ਸੰਗ ਭਉਜਲ ਬਿਖਮ ਤਰ। ਔਰ ਕਹਿੰਦੇ ਸਾਧ ਜਨਾਂ ਦੇ ਨਾਲ, ਸਾਧ ਸੰਗਤ ਦੇ ਵਿੱਚ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ, ਬਿਖਮ ਔਖਾ ਜੁੱਤਰ ਜਿਹੜਾ ਹੈਗਾ, ਇਹ ਸੁਖੈ ਨਹੀਂ ਤਰਿਆ ਜਾਂਦਾ ਹੈ। ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ। ਕਹਿੰਦੇ ਹੁਣ ਸਤਿਗੁਰ ਦੇਵ ਨੂੰ ਕਿਸ ਤਰ੍ਹਾਂ ਸੇਵਣਾ ਹੈ ਭਾਈ? ਉਹ ਸਤਿਗੁਰੂ ਦੀ ਮੱਤ ਲੈ ਕੇ ਤੇ ਉਹਦੇ ਅਨੁਸਾਰ ਜਿਹੜੀ ਕਾਰਵਾਈ ਕਰਨੀ ਹੈ। ਹੋਰ ਕਿਹੜਾ ਸੇਵੋ ਕਰਨਾ ਹੈ ਭਾਈ? ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ। ਅੱਗੇ ਜਿਹੜਾ ਹੈਗਾ ਭਾਈ ਫਿਰ ਜੂਨਾਂ ਦੇ ਵਿੱਚ ਭਟਕਣਾ ਨਹੀਂ ਪਊਗਾ। ਖਿੰਨਮੈ ਕਰੇ ਨਿਹਾਲ ਊਣੇ ਸੁਪਰ ਭਰ। ਖਿੰਨ ਦੇ ਵਿੱਚ ਜਿਹੜਾ ਹੈਗਾ ਨਿਹਾਲੋ ਨਿਹਾਲ ਕਰ ਦਿੰਦਾ ਹੈ ਭਾਈ, ਖਾਲੀ ਨੂੰ ਭਰ ਦਿੰਦਾ ਹੈ। ਪਰ ਜਿਹੜਾ ਪਹਿਲਾਂ ਹੀ ਗਾਰਬੇਜ ਦੇ ਨਾਲ ਭਰਿਆ ਹੈ, ਜਿਹੜਾ ਖਾਲੀ ਨਹੀਂ ਹੋਣਾ ਚਾਹੁੰਦਾ, ਉਹ ਕਿਵੇਂ ਭਰੂਗਾ ਭਾਈ? ਖਿੰਨਮੈ ਕਰੇ ਨਿਹਾਲ ਊਣੇ, ਜਿਹੜਾ ਊਣਾ ਹੈਗਾ, ਜਿਹੜਾ ਖਾਲੀ ਹੈਗਾ, ਸੁਪਰ ਭਰ, ਚੰਗੀ ਤਰ੍ਹਾਂ ਭਰ ਜਾਏਗਾ। ਮਨ ਕੋ ਹੋਏ ਸੰਤੋਖ। ਕਿਉਂਕਿ ਦੇਖੋ ਉੱਪਰ ਹੀ ਦੱਸ ਦਿੱਤਾ ਮਹਾਰਾਜ ਨੇ, ਕਹਿੰਦੇ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਕੱਢ ਦੇ, ਕਹਿੰਦੇ ਆਪਣਾ ਖਾਲੀ ਕਰ ਆਪਣੇ ਭਾਂਡੇ ਨੂੰ। ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਝਰ। ਸਾਧ ਜਨਾ ਕੇ ਸੰਗ ਭਉਜਲ ਬਿਖਮ ਤਰ। ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ। ਖਿੰਨਮੈ ਕਰੇ ਨਿਹਾਲ ਊਣੇ ਸੁਬਰ ਪਰ। ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ। ਬਸ ਇਹ ਧਿਆਨ ਸਿਮਰਨ ਕਰਨ ਦੇ ਨਾਲ ਜਿਹੜਾ ਹੈਗਾ, ਇਹ ਥਰਡ ਸਟੇਜ ਹੈ ਇਨਸਾਨ ਦਾ। ਇਨਸਾਨ ਜਿਹੜਾ ਹੈਗਾ ਜਪਣ ਤੋਂ, ਸਿਮਰਨ ਦੇ ਬਾਅਦ ਧਿਆਨ ਦੇ ਵਿੱਚ ਆ ਜਾਂਦਾ ਹੈ। ਕਹਿੰਦੇ ਬਸ ਪੂਰੀ ਤਰ੍ਹਾਂ ਮਨ ਜਿਹੜਾ ਹੈਗਾ, ਮਨ ਦੇ ਅੰਦਰ ਸਤ ਸੰਤੋਖ ਆ ਜਾਣਾ ਹੈ। ਮਨ ਦੇ ਅੰਦਰ ਸਹਿਜ ਅਵਸਥਾ ਆ ਜਾਣੀ ਹੈ। ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ। ਇਹ ਹਮੇਸ਼ਾ ਧਿਆਨ ਸਿਮਰਨ ਜਿਹੜਾ ਹੈਗਾ ਕਰਨ ਦੇ ਨਾਲ। ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ। ਬਸ ਕਹਿੰਦੇ ਉਹ ਇਹ ਕਾਰਵਾਈ ਗੁਰੂ ਦੀ ਮੱਤ ਲੈ ਕੇ ਔਰ ਉਸ ਦੇ ਅਨੁਸਾਰ ਜੀਵਨ ਜਿਹੜਾ ਚਲਾਉਣ ਦਾ, ਉਹ ਚਲਾਉਂਦਾ ਹੈ ਕਿ ਭਾਈ ਜਿਹਦੇ ਉੱਤੇ ਧੁਰੋਂ ਮਾਲਕ ਪਰਮਾਤਮਾ ਦੀ, ਜਿਹੜਾ ਚਲਾ ਰਿਹਾ ਹੈ, ਸਮਝ ਲਓ ਭਾਈ ਧੁਰੋਂ ਮਾਲਕ ਪਰਮਾਤਮਾ ਦੀ ਬਖਸ਼ਿਸ਼ ਹੈਗੀ ਉਹਦੇ ਉੱਤੇ। ਆ ਜੀ 6 ਜਿਹੜੀਆਂ ਹੈਗੀਆਂ ਪੌੜੀਆਂ ਹੋ ਗਈਆਂ। ਇਹ ਬਹੁਤ ਹੀ ਕੀਮਤੀ ਜਿਹੜੇ ਹੈਗੇ ਆ ਮਹਾਰਾਜ ਦੀ ਜਿਹੜੀ ਹੈਗੀ ਸੇਧ ਹੈਗੀ ਭਾਈ। ਅਤੇ ਇਹਦੇ ਵਿੱਚ ਸਾਰਾ ਕੁਛ ਜਿਹੜਾ ਹੈਗਾ ਮਹਾਰਾਜ ਨੇ ਇੱਕਦਮ ਜਿਹੜੀ ਹਰ ਚੀਜ਼ ਜਿਹੜੀ ਹੈਗੀ ਕ੍ਰਿਸਟਲ ਕਲੀਅਰ ਕੀਤੀ ਹੈ। ਉਮੀਦ ਹੈ ਜਿਹੜਾ ਹੈਗਾ ਆਪਾਂ ਇਹਨੂੰ ਜਿਹੜਾ ਹੈਗਾ ਵਿਚਾਰ ਕੁਛ ਜਿਹੜੇ ਇਹਦੇ ਵਿੱਚੋਂ ਮੋਤੀ ਜਿਹੜੇ ਹੈਗੇ ਕੱਢ ਸਕੀਏ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰੀਏ। ਇਹੀ ਜਿਹੜੀ ਹੈਗੀ ਆ ਉਪਰਾਲਾ ਹੈ ਔਰ ਇਹੀ ਜਿਹੜੀ ਹੈਗੀ ਆਪਣੀ ਜਿਹੜੀ ਹੈਗੀ ਆ ਜਿਹੜੇ ਕੋਸ਼ਿਸ਼ ਹੈਗੀ ਜੀ। ਭੁੱਲਣਾ ਅੱਜ ਬਹੁਤ ਛੇਤੀ ਲੰਘਾ ਟਾਈਮ ਵੀਰ ਜੀ, ਪਤਾ ਨਹੀਂ ਕਿਉਂ। ਕੋਈ ਨਹੀਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ